ਨਿਯਮ ਨਾਲ। ਇਸ ਦੇ ਵਿੱਚ ਪਹਿਲਾਂ ਸਾਡੇ ਵਿੱਚ ਸਰਦਾਰ ਤਰਲੋਚਨ ਸਿੰਘ ਵਜ਼ੀਰ ਸਾਹਿਬ ਜੋ ਕਿ ਅੱਜ ਸਾਡੇ ਵਿੱਚ ਨਹੀਂ ਹਨ, ਉਹ ਚੇਅਰਮੈਨ ਸੀਗੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਤਕਰੀਬਨ 10-11 ਮਹੀਨਿਆਂ ਦਾ ਇੱਕ ਗੈਪ ਸੀ। ਉਹ ਮੈਨੂੰ ਕਹਿਣਗੇ ਇੱਦਾਂ ਹੀ ਟਰਾਂਸਪੋਰਟ ਰਿਲੇਟਿਡ ਜਦੋਂ ਵੀ ਕੋਈ ਤਕਰੀਬਨ ਪਿਛਲੇ 6-7-8 ਮਹੀਨੇ ਦੀ ਕੋਈ ਟਰਾਂਸਪੋਰਟ ਦੀ ਕੋਈ ਪ੍ਰੋਬਲਮ ਆਉਂਦੀ ਸੀ, ਕੋਈ ਸਰਕਾਰ ਤੱਕ ਕੋਈ ਗੱਲ ਪਹੁੰਚਾਉਣੀ ਹੁੰਦੀ ਸੀ, ਕੋਈ ਮੰਗ ਐਸੀ ਹੁੰਦੀ ਸੀ ਜਿਹੜੀ ਸਰਕਾਰ ਤੱਕ ਉਹ ਟਰਾਂਸਪੋਰਟਰਾਂ ਦੇ ਕਮਿਊਨੀਕੇਸ਼ਨ ਗੈਪ ਦੀ ਕਰਕੇ ਨਹੀਂ ਪਹੁੰਚ ਪਾ ਰਹੀ ਸੀ। 11 ਤਰੀਕ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ। ਆਪ ਯਕੀਨ ਮੰਨੋਗੇ 6 ਜਾਂ 7 ਤਰੀਕ ਨੂੰ ਉਹ ਮੇਰੇ ਕੋਲ ਸਾਰੇ ਇਕੱਠੇ ਹੋ ਕੇ ਪਹੁੰਚੇ। ਕਾਫੀ ਸਾਰੇ 2-4 ਬਾਈਟਸ ਹੀ ਕਹਿ ਸਕਦੇ ਇੰਟਰਵਿਊ ਵੀ ਮੈਂ ਦੇਖਿਆ। ਕੁਝ ਵਰਗ ਜਿਹੜੇ ਤੁਹਾਡੇ ਨਾਲ ਸਹਿਮਤ ਨਹੀਂ ਸਨ ਜਦੋਂ ਕਿ ਤੁਹਾਨੂੰ ਚੁਣਿਆ ਗਿਆ, ਉਹਨਾਂ ਦਾ ਬਹੁਮਤ ਨਹੀਂ ਕਹਿ ਸਕਦੇ ਤੁਹਾਨੂੰ ਮਿਲੀ ਹੋਵੇ। ਕੀ ਦੇਖਦੇ ਹੋ ਕਿ ਸ਼ੁਰੂਆਤ ਦੇ ਵਿੱਚ ਉਹ ਤੁਹਾਡੇ ਨਾਲ ਕਿਉਂ ਨਹੀਂ ਸੀ? ਸਾਡੇ ਆਪਣੇ ਭਰਾ ਨੇ, ਮੇਰੇ ਗੁਆਂਢੀ ਹੀ ਹਨ, ਉਹਨਾਂ ਨੂੰ ਕਿਤੇ ਨਾ ਕਿਤੇ ਦੁੱਖ ਲੱਗਿਆ ਹੋਣਾ ਕਿ ਅਜੀਤ ਸਿੰਘ ਮੇਰਾ ਇੰਨਾ ਕਰੀਬੀ ਹੈ ਤੇ ਅਜੀਤ ਸਿੰਘ ਨੇ ਮੈਨੂੰ ਦੱਸਿਆ ਹੀ ਨਹੀਂ। ਐਕਚੁਅਲੀ ਮੈਨੂੰ ਪਤਾ ਵੀ ਨਹੀਂ ਸੀ ਕਿ ਇੰਦਰਜੀਤ ਵੀਰ ਜੀ ਉਸ ਜਗ੍ਹਾ ਤੇ ਬੈਠੇ ਹਨ। ਇੰਦਰਜੀਤ ਵੀਰ ਜੀ ਵੀ 5-6-7 ਯੂਨੀਅਨਾਂ ਦੇ ਚੇਅਰਮੈਨ ਹਨ। ਕੱਲ ਇੰਦਰਜੀਤ ਵੀਰ ਜੀ ਨੇ ਸਾਨੂੰ ਡਾਕ ਬੰਗਲੇ ਬੁਲਾਇਆ ਸੀ। ਉਹਨਾਂ ਨੇ ਬਹੁਤ ਵਧੀਆ, ਬਹੁਤ ਅੱਛੇ ਢੰਗ ਨਾਲ ਸਾਡਾ ਵੈਲਕਮ ਕੀਤਾ। ਜਿੰਨੀ ਦੇਰ ਔਕੜਾਂ ਨਹੀਂ ਆਉਂਦੀਆਂ ਤੁਸੀਂ ਨਾ ਸਿੱਖ ਦਿਓ, ਕ੍ਰਿਟੀਸਾਈਜ਼ ਹੋਣ ਦੇ ਲਈ ਤਿਆਰ ਹੋ, ਕਿਉਂਕਿ ਹੋਣਾ ਤਾਂ ਹੈ ਹੀ ਆ। ਤੁਹਾਡੇ ਕੰਮ ਚੰਗੇ ਮੰਦੇ ਤਾਂ ਹੁਣ ਜੱਜ ਹੋਣਗੇ। ਦੇਖੋ, ਆਪਣੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾ ਅੱਛੇ ਤੋਂ ਅੱਛਾ ਹੋ ਸਕੇ। ਜੀ ਬਿਲਕੁਲ ਜੀ। ਅਖੀਰਲਾ ਮੇਰਾ ਸਵਾਲ ਇਹ ਹੀ ਰਹੇਗਾ ਕਿ ਜ਼ਿਆਦਾ ਵਕਤ ਹੁਣ ਜੰਮੂ ਕਸ਼ਮੀਰ ਦੇ ਵਿੱਚ ਹੀ ਗੁਜ਼ਰੇਗਾ? ਦੇਖੋ, ਬੇਨਤੀ ਹੈ ਜਿੱਥੇ ਇੰਨੀ ਵੱਡੀ ਸੇਵਾ ਸਮੂਹ ਬਲਾਦਰੀ ਭਾਈਚਾਰੇ ਨੇ, ਸਮੂਹ ਸਮਾਜਾਂ ਨੇ ਮਿਲ ਕੇ ਦਿੱਤੀ ਹੈ ਦੇ ਉਹ ਮਤਲਬ ਇਹੋ ਜਿਹੀ ਸੇਵਾ ਹੈ ਕਿ ਸ਼ਾਇਦ ਬੜੇ ਬਿਰਲੇ ਜੀਵ ਹੋਣਗੇ ਜਿਨ੍ਹਾਂ ਨੂੰ ਸਮੂਹ ਬਲਾਦਰੀ ਭਾਈਚਾਰਾ ਮਿਲ ਕੇ ਆਪਣੀ ਰੋਜੀ ਰੋਟੀ ਦੇ ਵਸੀਲੇ ਦੇ ਲਈ, ਦੇਖੋ ਅੱਜ ਅਗਰ ਉਹਨਾਂ ਨੇ ਚੁਣਿਆ ਕਿਤੇ ਨਾ ਕਿਤੇ ਟਰਾਂਸਪੋਰਟਰ ਅਨੋਇਡ ਹੈ, ਕਿਉਂਕਿ ਅਸਾਮ ਵੀ ਮੇਰਾ ਕਾਰੋਬਾਰ ਹੈ, ਅਸਾਮ ਵੀ ਕੰਟੀਨਿਊ ਮੇਰਾ ਚੱਲ ਰਿਹਾ ਔਰ ਅਸਾਮ ਰਹੇਗਾ ਵੀ, ਕਿਉਂਕਿ ਉੱਥੇ ਵੀ ਮੈਂ ਟਰਾਂਸਪੋਰਟ ਰਿਲੇਟਿਡ ਹੀ ਹਾਂ। ਉੱਥੇ ਮੈਂ ਜੰਮੂ ਕਸ਼ਮੀਰ ਨੂੰ ਰਿਪਰੈਜ਼ੈਂਟ ਕਰਦਾ ਉੱਥੇ ਵੀ, ਕਿਉਂਕਿ ਜੰਮੂ ਕਸ਼ਮੀਰ ਦੀ ਪਹਿਲੇ ਮੈਂ ਜੀ ਆਪ ਜੀ ਨੂੰ ਕਿਹਾ ਕਿ 1000 ਤੋਂ 1200 ਗੱਡੀ ਹਰ ਸਾਲ ਕੰਮ ਕਰਨ ਦੇ ਲਈ ਅਸਾਮ ਜਾਂਦੀ ਹੈ। ਉਹ ਸਮਝੋ ਉਹ ਮੇਰਾ ਠਿਕਾਣਾ ਨਹੀਂ ਹੈ, ਉਹ ਜੰਮੂ ਕਸ਼ਮੀਰ ਦੇ ਟਰਾਂਸਪੋਰਟਰਾਂ ਦਾ ਹੀ ਠਿਕਾਣਾ ਹੈ। ਰਾਜ ਭਵਨ ਬੁਲਾ ਲਿਆ, ਸਾਡੇ ਐਲਜੀ ਸਾਹਿਬ ਨਾਲ ਵੀ ਮੇਨ ਟਰਾਂਸਪੋਰਟਰ ਜਿਹੜੇ ਕਸ਼ਮੀਰ ਸਨ ਉਹਨਾਂ ਨੂੰ ਜਾ ਕੇ ਮਿਲਾਪ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਇੱਕ ਬਾਣੀ ਚੈਨਲ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਮੇਂ-ਸਮੇਂ 'ਤੇ ਵੱਖ-ਵੱਖ ਸ਼ਖਸੀਅਤਾਂ ਦੇ ਵਿਚਾਰ ਤੁਹਾਡੇ ਰੂਬਰੂ ਕਰਦੇ ਰਹੀਏ ਜਿਨ੍ਹਾਂ ਦੇ ਜ਼ਰੂਰੀ ਹੁੰਦੇ ਨੇ। ਇਸੇ ਹੀ ਕੋਸ਼ਿਸ਼ ਦੇ ਦੌਰਾਨ ਅੱਜ ਸਾਡੇ ਨਾਲ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਨਵ ਨਿਯੁਕਤ ਚੇਅਰਮੈਨ ਸਰਦਾਰ ਅਜੀਤ ਸਿੰਘ ਜੀ ਨੇ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਇੱਕ ਬਾਣੀ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਬਹੁਤ-ਬਹੁਤ ਸਵਾਗਤ ਹੈ ਵੀਰ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹਨਾਂ ਨੂੰ ਤੁਹਾਡੇ ਰੂਬਰੂ ਕਰਨ ਦਾ ਮੇਰਾ ਮਕਸਦ ਇਹ ਹੈ ਕਿਉਂਕਿ ਸਾਨੂੰ ਬੜੀ ਮਾਣ ਮਹਿਸੂਸ ਹੁੰਦਾ ਹੈ ਜਦੋਂ ਕਿਸੇ ਵੀ ਵੱਡੇ ਅਹੁਦਿਆਂ ਦੇ ਉੱਤੇ ਸਾਡੇ ਸਿੱਖ ਚਿਹਰੇ ਦਿਸਦੇ ਨੇ ਤੇ ਉਹ ਕਿਵੇਂ ਤੱਕ ਇਹਨਾਂ ਅਹੁਦਿਆਂ ਤੱਕ ਪਹੁੰਚੇ ਨੇ, ਤਾਂ ਹੁਣ ਕੀ ਕੁਝ ਉਹਨਾਂ ਦੇ ਅੱਗੇ ਕੰਮ ਰਹਿਣਗੇ ਉਹ ਤੁਹਾਡੇ ਰੂਬਰੂ ਕਰਨ ਦੇ ਲਈ ਉਹਨਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਵੀਰ ਜੀ ਬਹੁਤ-ਬਹੁਤ ਵਧਾਈ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ। ਧੰਨਵਾਦ ਜੀ। ਤੁਹਾਨੂੰ ਇਹ ਸੇਵਾ ਮਿਲੀ ਹੈ ਕਿਉਂਕਿ ਕਿਸੇ ਵੀ ਖੇਤਰ ਦੇ ਵਿੱਚ ਚਲੇ ਜਾਓ, ਜੇਕਰ ਤੁਸੀਂ ਇਮਾਨਦਾਰੀ ਦੇ ਨਾਲ, ਲਗਨ ਦੇ ਨਾਲ ਕੰਮ ਕਰਦੇ ਹੋ ਤਾਂ ਆਪਣੇ ਕੰਮ ਨੂੰ ਕਰਮ ਸਮਝ ਕੇ ਕਰੋ ਤਾਂ ਉਹ ਸੇਵਾ ਬਣ ਜਾਂਦੀ ਹੈ। ਤੁਹਾਨੂੰ ਹੁਣ ਜੰਮੂ ਕਸ਼ਮੀਰ ਦਾ ਆਲ J&K ਦਾ ਜਿਹੜਾ ਟਰਾਂਸਪੋਰਟ ਖੇਤਰ ਹੈ ਜਿਹੜਾ ਉਹਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਉਸ ਦੇ ਉੱਪਰ ਥੋੜ੍ਹੇ ਜਿਹੇ ਆਪਦੇ ਵਿਚਾਰ ਸਾਂਝੇ ਕਰ ਦਿਓ, ਫਿਰ ਆਪਾਂ ਅਗਲੀ ਗੱਲਬਾਤ ਸ਼ੁਰੂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤਾਂ ਮੈਂ ਅਤੀ ਧੰਨਵਾਦੀ ਹਾਂ ਇੱਕ ਬਾਣੀ ਚੈਨਲ ਦਾ, ਇੱਕ ਬਾਣੀ ਚੈਨਲ ਦੀ ਸਮੂਹ ਟੀਮ ਦਾ, ਜਿਹੜੇ ਕਿ ਆਪਣੇ ਕੌਮ ਦੇ, ਸਮਾਜ ਦੇ ਹਰ ਚੜ੍ਹਤ ਨੂੰ ਵੇਖ ਕੇ ਉਹ ਚੜ੍ਹਤ
ਉਹ ਸਮਾਜ ਦੇ ਕੌਮ ਦੇ ਭਲੇ ਦੇ ਕੰਮ ਜਿਹੜੇ ਸੰਗਤ ਤੱਕ ਪਹੁੰਚਾਉਂਦੇ ਨੇ, ਜਿਹੜੇ ਸੰਗਤ ਔਰ ਕਿਸੇ ਕਾਰਜ ਕਰਨ ਵਾਲੇ ਦੇ ਵਿੱਚ ਜੋ ਗੈਪ ਹੈ ਉਸ ਗੈਪ ਨੂੰ ਫੁੱਲਫਿਲ ਕਰਦੇ ਨੇ ਔਰ ਸੰਗਤਾਂ ਤੱਕ ਸਾਰਿਆਂ ਦੇ ਵਿਚਾਰ ਪਹੁੰਚਾਉਂਦੇ ਨੇ। ਪਹਿਲੇ ਮੈਂ ਆਪ ਜੀ ਦਾ ਧੰਨਵਾਦੀ ਹਾਂ। ਧੰਨਵਾਦ। ਉਪਰੰਤ ਆਪ ਜੀ ਨੇ ਭੈਣ ਜੀ ਆਪ ਜੀ ਨੇ ਕਿਹਾ ਕਿ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੀ ਸੇਵਾ। ਐਕਚੁਅਲ 'ਚ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਇਹ J&K ਜੰਮੂ ਕਸ਼ਮੀਰ ਦੇ ਸਮੂਹ ਟਰਾਂਸਪੋਰਟਰ ਜਿਹੜੇ ਐਸੋਸੀਏਟ ਹਨ, ਜਿਹੜੇ ਪ੍ਰਧਾਨ ਹਨ, ਪ੍ਰਧਾਨਾਂ ਦੇ ਉੱਪਰ ਫਿਰ ਐਸੋਸੀਏਸ਼ਨਾਂ ਹੋਰ ਬਣੀ ਦੀਆਂ ਹਨ, ਜਿੱਦਾਂ 5 ਪ੍ਰਧਾਨਾਂ ਤੇ ਫਿਰ ਇੱਕ ਇਹਨਾਂ ਦਾ ਚੇਅਰਮੈਨ ਬਣਿਆ ਹੋਇਆ ਹੈ। ਉਸ ਚੇਅਰਮੈਨ ਦੇ ਉੱਪਰ ਇਹਨਾਂ ਨੇ ਇਹ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਬਣਾਈ ਹੈ ਟਰਾਂਸਪੋਰਟ ਦੇ ਵੈਲਫੇਅਰ ਦੇ ਲਈ ਨਿਯਮ ਨਾਲ। ਇਸ ਦੇ ਵਿੱਚ ਪਹਿਲਾਂ ਸਾਡੇ ਵਿੱਚ ਸਰਦਾਰ ਤਰਲੋਚਨ ਸਿੰਘ ਵਜ਼ੀਰ ਸਾਹਿਬ ਜੋ ਕਿ ਅੱਜ ਸਾਡੇ ਵਿੱਚ ਨਹੀਂ ਹਨ, ਉਹ ਚੇਅਰਮੈਨ ਸੀਗੇ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਤਕਰੀਬਨ 10-11 ਮਹੀਨਿਆਂ ਦਾ ਇੱਕ ਗੈਪ ਸੀ, ਕਿਉਂਕਿ ਉਹਨਾਂ ਨੇ ਬੜੇ ਸੁਚਾਰੂ ਢੰਗ ਦੇ ਨਾਲ ਇਸ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਨੂੰ ਇੱਕ ਗੁਲਦਸਤੇ ਰੂਪ ਵਿੱਚ ਸਾਰਿਆਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ। ਪਿਛਲੇ 10-11 ਮਹੀਨਿਆਂ ਦੇ ਵਿੱਚ ਉਹਨਾਂ ਦੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਇਹ ਗੁਲਦਸਤਾ ਰੂਪ ਜੋ ਉਹਨਾਂ ਨੇ ਸਜਾਇਆ ਸੀ ਕਿਤੇ ਨਾ ਕਿਤੇ ਉਹ ਬਿਖਰ ਰਿਹਾ ਸੀ। ਕੁਝ ਐਸੀਆਂ ਪ੍ਰੋਬਲਮਸ ਆ ਰਹੀਆਂ ਸਨ ਜੋ ਕੋਈ ਇੱਕ ਫਰੰਟ ਫੁੱਟ ਤੇ ਆ ਕੇ, ਕੋਈ ਇੱਕ ਪਤਵੰਤਾ ਸੱਜਣ ਫਰੰਟ ਤੇ ਆ ਕੇ ਉਹਨਾਂ ਨੂੰ ਹੱਲ ਨਹੀਂ ਕਰਵਾ ਪਾ ਰਿਹਾ ਸੀ। ਪਲੱਸ ਮੈਂ ਕਹਾਂਗਾ ਕਿ ਸਰਕਾਰ ਦੇ ਵਿੱਚ ਉਹ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਕਿਤੇ ਨਾ ਕਿਤੇ ਇੱਕ ਕਮਿਊਨੀਕੇਸ਼ਨ ਗੈਪ ਹੋ ਗਿਆ ਸੀ, ਲੀਡਰਸ਼ਿਪ ਦੀ ਘਾਟ, ਇੱਕ ਲੀਡਰਸ਼ਿਪ ਦੀ ਘਾਟ ਹੀ ਕਹਿ ਸਕਦੇ ਹੋ। ਮਤਲਬ ਮੁੱਖ ਸੇਵਾਦਾਰ ਨਹੀਂ ਹੋਏਗਾ ਤੇ ਫਿਰ ਤੁਸੀਂ ਸਮਝੋਗੇ ਕਿ ਉਹ ਕੋਈ ਵੀ ਸੰਸਥਾ, ਕੋਈ ਵੀ ਜਥੇਬੰਦੀ ਟਰੈਕ ਤੋਂ ਉਤਰਦੀ ਹੈ। ਉਸ ਦੇ ਵਿੱਚ ਪਿਛਲੇ 5-6 ਮਹੀਨਿਆਂ ਤੋਂ ਹੀ ਟਰਾਂਸਪੋਰਟਰ ਵੀਰ ਜੀ, ਟੈਂਕਰ ਯੂਨੀਅਨ ਵਾਲੇ ਹੋ ਗਏ, ਟੈਕਸੀਆਂ ਵਾਲੇ ਹੋ ਗਏ, ਬੱਸਿਸ ਵਾਲੇ ਹੋ ਗਏ, ਟਰੱਕ ਵਾਲੇ ਹੋ ਗਏ, ਕਿਉਂਕਿ ਮੈਂ ਆਪ ਪਿਛਲੇ 27-28-29 ਸਾਲਾਂ ਤੋਂ ਮੈਂ ਟਰਾਂਸਪੋਰਟ ਖਿੱਤੇ ਨਾਲ ਜੁੜਿਆ ਹੋਇਆ ਦੇ। ਚਲੋ ਹੁੰਦਾ ਜਿੱਥੇ ਕਿਤੇ ਕਿਸੇ ਵੀਰ ਦਾ ਕੋਈ ਚੈਨਲ ਹੈ ਤੇ ਸਾਨੂੰ ਕੰਮ ਪੈਂਦਾ ਅਸੀਂ ਉਹਨੂੰ ਕਹਾਂਗੇ, ਜਿੱਥੇ ਸਾਡਾ ਉਹਨਾਂ ਨੂੰ ਕੋਈ ਪਏਗਾ ਤੇ ਉਹ ਮੈਨੂੰ ਕਹਿਣਗੇ। ਇੱਦਾਂ ਹੀ ਟਰਾਂਸਪੋਰਟ ਰਿਲੇਟਿਡ ਜਦੋਂ ਵੀ ਕੋਈ ਤਕਰੀਬਨ ਪਿਛਲੇ 6-7-8 ਮਹੀਨੇ ਦੀ ਕੋਈ ਟਰਾਂਸਪੋਰਟ ਦੀ ਕੋਈ ਪ੍ਰੋਬਲਮ ਆਉਂਦੀ ਸੀ, ਕੋਈ ਸਰਕਾਰ ਤੱਕ ਕੋਈ ਗੱਲ ਪਹੁੰਚਾਉਣੀ ਹੁੰਦੀ ਸੀ, ਕੋਈ ਮੰਗ ਐਸੀ ਹੁੰਦੀ ਸੀ ਜਿਹੜੀ ਸਰਕਾਰ ਤੱਕ ਉਹ ਟਰਾਂਸਪੋਰਟਰਾਂ ਦੇ ਕਮਿਊਨੀਕੇਸ਼ਨ ਗੈਪ ਦੀ ਕਰਕੇ ਨਹੀਂ ਪਹੁੰਚ ਪਾ ਰਹੀ ਸੀ, ਤੇ ਟਰਾਂਸਪੋਰਟਰ ਵੀਰ ਤਕਰੀਬਨ ਮੈਨੂੰ ਰਾਬਤਾ ਕਰਦੇ ਸਨ, ਜਿਹੜੇ ਮੈਂ ਉਹ ਟਰਾਂਸਪੋਰਟਰ ਵੀਰਾਂ ਨੂੰ ਲੈ ਕੇ ਵੀ ਬਿਊਰੋਕ੍ਰੇਸੀ ਸਰਕਾਰ ਤੱਕ ਗੱਲ ਪਹੁੰਚਾਈ। ਬੜੇ ਮਸਲੇ ਉਹਨਾਂ ਦੇ ਹੱਲ ਵੀ ਹੋਏ ਤੇ ਉਹ ਵੀਰ ਪਿਛਲੇ 6 ਮਹੀਨਿਆਂ ਦੇ ਰੈਗੂਲਰ ਮੀਟਿੰਗਾਂ ਕਰ ਰਹੇ ਸਨ, ਮੇਰੇ ਨਾਲ ਵੀ ਬਹਿ ਰਹੇ ਸਨ ਕਿ ਵੀਰ ਜੀ ਤੁਸੀਂ ਖੁੱਲ੍ਹ ਕੇ ਅੱਗੇ ਆਓ। ਤੇ ਮੈਂ ਹਮੇਸ਼ਾ ਉਹਨਾਂ ਨੂੰ ਹੱਸਦਾ ਸੀ ਕਿ ਮੈਂ ਅੱਗੇ ਹੀ ਹਾਂ ਜੀ, ਮੈਂ ਸੇਵਾਦਾਰ ਹਾਂ, ਤੁਸੀਂ ਤਾਂ ਮੇਰੇ ਕੋਲ ਸੇਵਾ ਲੈ ਲਓ। ਫਿਰ ਵਿੱਚ ਪਿਛਲੇ 1.5-2 ਮਹੀਨੇ ਅਸੀਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵਿੱਚ ਬਿਜ਼ੀ ਹੋ ਗਏ। ਦੇ ਇਲੈਕਸ਼ਨ ਤੋਂ ਬਾਅਦ ਅਚਾਨਕ 'ਚ ਸਾਰੇ ਟਰਾਂਸਪੋਰਟਰ ਤਕਰੀਬਨ ਮੇਨ ਟਰਾਂਸਪੋਰਟਰ, ਟੈਂਕਰ ਵਾਲੇ, ਬੱਸ ਵਾਲੇ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਆਏ। 11 ਤਰੀਕ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ। ਆਪ ਜੀ ਯਕੀਨ ਮੰਨੋਗੇ 6 ਜਾਂ 7 ਤਰੀਕ ਨੂੰ ਉਹ ਮੇਰੇ ਕੋਲ ਸਾਰੇ ਇਕੱਠੇ ਹੋ ਕੇ ਪਹੁੰਚੇ। 8 ਤਰੀਕ ਨੂੰ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਮੰਡੇ ਨੂੰ ਅਸੀਂ 11 ਤਰੀਕ ਨੂੰ ਇੱਕ ਮੀਟਿੰਗ ਰੱਖੀ ਦੀ ਹੈ ਜੀ। ਉਹਨਾਂ ਨੇ ਮੀਟਿੰਗ ਦੇ ਰੂਪ ਵਿੱਚ ਮੈਨੂੰ ਬੁਲਾਇਆ ਉੱਥੇ ਜਿਸ ਟਾਈਮ ਮੈਂ ਦੇਖਿਆ ਤਕਰੀਬਨ ਸਾਰੇ ਟਰਾਂਸਪੋਰਟਰ ਇਕੱਠੇ ਸਨ। ਉੱਥੇ ਉਹਨਾਂ ਮੇਰੀ ਸਿਲੈਕਸ਼ਨ ਕੀਤੀ ਜੀ, ਜਿਹਦੇ ਵਿੱਚ ਸਾਡੇ ਵਜ਼ੀਰ ਸਾਹਿਬ ਜੀ ਅਜਬ ਸਿੰਘ ਜੀ ਵੀ ਸਨ, ਉਹ ਸਾਡੇ ਵੱਡੇ ਭਰਾ ਹਨ, ਸਮਝੋ ਜੀ ਤਰਲੋਚਨ ਸਿੰਘ ਵਜ਼ੀਰ ਉਹਨਾਂ ਦੇ ਵੱਡੇ ਭਾਈ ਸਨ। ਉਹਨਾਂ ਨੇ ਉੱਥੇ ਮੈਨੂੰ ਸਿਲੈਕਟ ਕੀਤਾ ਤੇ ਇਹ ਸੇਵਾ ਬਖਸ਼ੀ। ਮੈਂ ਸਮੂਹ ਟਰਾਂਸਪੋਰਟਰਾਂ ਦਾ ਵੀ ਪਹਿਲੇ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਔਰ ਇਹ ਸੇਵਾ ਬਖਸ਼ੀ ਜੀ। ਵੀਰ ਜੀ, ਕੀ ਤੁਸੀਂ ਦੇਖਦੇ ਹੋ ਕਿ ਸਾਰਾ ਕੁਝ ਬਹੁਤ ਜਲਦੀ ਹੋਇਆ, ਕਿਉਂਕਿ ਪਤਾ ਹੀ ਨਹੀਂ ਸੀਗਾ ਕਿ ਪਬਲਿਕਲੀ ਤੁਹਾਡਾ ਨਾਮ ਕਿਸੇ ਦੇ ਜ਼ਿਹਨ ਦੇ ਵਿੱਚ, ਮੈਨੂੰ ਲੱਗਦਾ ਭਾਵੇਂ ਟਰਾਂਸਪੋਰਟਰਸ ਜਿਹੜੇ ਇਸ ਕਿੱਤੇ ਦੇ ਨਾਲ ਦੇਖਦੇ ਨੇ, ਜਿਨ੍ਹਾਂ ਦਾ ਨੂੰ ਤੁਹਾਡੇ ਤਾਈਂ ਕੰਮ ਪੈਂਦਾ ਹੋਣਾ, ਜਾਂ ਤੁਸੀਂ ਜਿੱਦਾਂ ਕਿਹਾ ਕਿ ਕਮਿਊਨੀਕੇਸ਼ਨ ਗੈਪ ਨੂੰ ਤੁਸੀਂ ਖਤਮ ਕਰਦੇ ਸੀਗੇ ਸਰਕਾਰ ਤੱਕ ਰਾਬਤਾ ਕਰਕੇ। ਤੇ ਪਰ ਇਹ ਇੱਕਦਮ ਇਹ ਡਿਸੀਜ਼ਨ ਸਾਹਮਣੇ ਆ ਜਾਣਾ, ਕਿਉਂਕਿ ਬਹੁਤ ਸਾਰੇ ਹਰ ਇੱਕ ਸ਼ੌਕਡ ਕਹਿ ਸਕਦੇ ਕਿ ਇੱਕ ਹੈਰਾਨ ਹੋ ਗਏ ਸੀਗੇ ਕਿ ਕਿਉਂਕਿ ਤੁਸੀਂ ਜੰਮੂ ਕਸ਼ਮੀਰ ਤੋਂ ਜ਼ਿਆਦਾਤਰ ਬਾਹਰ ਹੀ ਰਹੇ ਹੋ। ਤੁਸੀਂ ਕਿਵੇਂ ਦੇਖਦੇ ਹੋ ਕਿ ਡਿਸੀਜ਼ਨ ਜਲਦਬਾਜ਼ੀ ਦੇ ਵਿੱਚ ਹੋਇਆ ਜਾਂ ਕਿਵੇਂ ਹੋਇਆ? ਭੈਣ ਜੀ, ਇਸ ਤਰ੍ਹਾਂ ਹੈ ਕਿ ਮੈਂ ਆਪ ਜੀ ਨੂੰ ਪਹਿਲੇ ਹੀ ਬੇਨਤੀ ਕੀਤੀ ਹੈ ਕਿ ਵਜ਼ੀਰ ਸਾਹਿਬ ਦੇ ਜਾਣ ਤੋਂ ਬਾਅਦ ਤਕਰੀਬਨ ਟਰਾਂਸਪੋਰਟਰਾਂ ਦਾ ਕੋਈ ਪ੍ਰੋਬਲਮ ਹੁੰਦੀ ਸੀ ਤੇ ਆ ਕੇ ਮੇਰੇ ਨਾਲ ਵਿਚਾਰ ਕਰਦੇ ਸਨ। ਮੇਰੇ ਕੋਲ ਵੀ ਜਿੰਨਾ ਹੋ ਸਕਦਾ ਸੀ ਮੈਂ ਹਰ ਜਗ੍ਹਾ ਉਹਨਾਂ ਦੀ ਹੈਲਪ ਕਰਦਾ ਰਿਹਾ। ਟਰਾਂਸਪੋਰਟਰਾਂ ਦੀ ਤਦ ਦੀ ਇਹੋ ਆਵਾਜ਼ ਸੀ ਕਿ ਵੀਰ ਜੀ ਤੁਸੀਂ ਸਾਹਮਣੇ ਆਓ,
ਅਚਾਨਕ ਚੇਤ ਵਾਲੀ ਜਿਹੜੀ ਗੱਲ ਹੈ ਜਾਂ ਪਬਲਿਕ ਦੀ ਜਿਹੜੀ ਗੱਲ ਹੈ ਭੈਣ ਜੀ, ਉਹ ਟਰਾਂਸਪੋਰਟਰ ਜਿਹੜੇ ਮੇਨ ਪ੍ਰਧਾਨ ਜਿਹੜੇ ਮਤਲਬ ਟਰੱਕ ਡਰਾਈਵਰਸ ਨੇ ਜਾਂ ਮਾਲਕਾਂ ਨੇ ਚੁਣ ਕੇ ਪ੍ਰਧਾਨ ਬਣਾਏ ਹੋਏ ਹਨ, ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਉੱਪਰ ਹੁਣ ਅਸੀਂ ਕਿਸੇ ਨੂੰ ਐਸੇ ਬੰਦੇ ਨੂੰ ਬਿਠਾਈਏ ਜਿਸ 'ਤੇ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੋਏ, ਕਿਤੇ ਕੋਈ ਥੋੜ੍ਹਾ ਬਹੁਤ ਚੈਨਲ ਹੋਏ, ਅਤੇ ਉਹ ਉਹਨਾਂ ਨੇ ਸ਼ਾਇਦ ਗੁਰੂ ਮਹਾਰਾਜ 'ਤੇ ਉਹਨਾਂ ਦੀ ਕਿਰਪਾ ਸੀ, ਜੇ ਮੇਰੇ 'ਤੇ ਸੀ ਗੁਰੂ ਮਹਾਰਾਜ ਦੀ ਕਿਰਪਾ ਸੀ, ਅਤੇ ਉਹਨਾਂ ਨੇ ਮੈਨੂੰ ਸਾਹਮਣੇ ਲਿਆਂਦਾ ਅਤੇ ਜਿੱਥੇ ਸੰਗਤ ਦਾ ਹੁਕਮ ਹੋਏ ਉੱਥੇ ਪ੍ਰਵਾਨ ਕਰਨਾ ਪਏਗਾ, ਕਿਉਂਕਿ ਸਾਡੀ ਇਸ ਖਿੱਤੇ ਦੇ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਤਕਰੀਬਨ ਅਸੀਂ ਸਾਰੇ ਧਰਮਾਂ ਦੇ ਸਾਰੇ ਕਮਿਊਨਿਟੀ ਦੇ ਬੰਦੇ ਜੁੜੇ ਹੋਏ ਹਾਂ। ਜਿਸ ਟਾਈਮ ਸਾਰਿਆਂ ਨੇ ਮਿਲ ਕੇ ਇਹ ਮੈਨੂੰ ਹੁਕਮ ਲਗਾਇਆ, ਰਿਕੁਐਸਟ ਤਾਂ ਨਹੀਂ ਕਹਾਂਗਾ, ਹੁਕਮ ਲਗਾਇਆ, ਉੱਥੇ ਮੈਂ ਵੀ ਮਨਾ ਨਹੀਂ ਕਰ ਸਕਿਆ। ਦੂਜਾ ਆਪ ਜੀ ਨੇ ਕਿਹਾ ਕਿ ਮੈਂ ਇੱਥੋਂ ਬਾਹਰ ਰਿਹਾ ਜ਼ਿਆਦਾ, ਕਿਉਂਕਿ ਮੇਰੇ ਨਾਲ ਬੜੀ ਵਾਰ ਮੈਂ ਕਈ ਵਾਰ ਕਮੈਂਟ ਵੀ ਪੜ੍ਹਦਾ ਕਿ ਮੇਰਾ ਇਹ ਆਉਂਦਾ ਕਿ ਜੀ ਮੈਂ ਗੁਹਾਟੀ ਤੋਂ ਬਾਹਰ ਅਸਾਮ ਹਾਂ। ਭੈਣ ਜੀ ਅਸਾਮ ਮੇਰਾ ਟਰਾਂਸਪੋਰਟ ਦਾ ਹੀ ਬਿਜ਼ਨਸ ਹੈ ਜੀ। ਟਰਾਂਸਪੋਰਟ ਮੈਂ 98 ਲਾਸਟ 99 ਸਟਾਰਟਿੰਗ ਵਿੱਚ ਅਸਾਮ ਜਾ ਕੇ ਟਰਾਂਸਪੋਰਟ ਦਾ ਬਿਜ਼ਨਸ ਸੈਟਲ ਕੀਤਾ ਹੈ। ਉਹ ਟਰਾਂਸਪੋਰਟ ਅਸਾਮ ਵਿੱਚ ਮੈਂ ਜੰਮੂ ਟਰਾਂਸਪੋਰਟਰਾਂ ਨਾਲ ਹੀ ਜੁੜਿਆ ਹੋਇਆ, ਜੰਮੂ ਟਰਾਂਸਪੋਰਟਰਾਂ ਦੇ ਰਿਲੇਟਿਡ ਹੀ ਹਾਂ। ਮੈਂ ਸਾਡਾ ਜਿਹੜਾ ਕੰਮ ਹੈ ਜੰਮੂ ਟਰਾਂਸਪੋਰਟਰਾਂ ਦੇ ਨਾਲ ਹੀ ਜੁੜਿਆ ਹੋਇਆ। ਐਸਾ ਨਹੀਂ ਹੈ ਕਿ ਮੈਂ ਅਸਾਮ ਜਾ ਕੇ ਜੰਮੂ ਟਰਾਂਸਪੋਰਟਰ ਕੋਲ ਟੁੱਟਿਆ ਹੋਇਆ ਜਾਂ ਮੈਂ ਅਸਾਮ ਗਿਆ 6 ਮਹੀਨੇ ਆਇਆ ਨਹੀਂ, ਐਸਾ ਨਹੀਂ ਹੈ। ਸਾਡਾ ਪੂਰਾ ਪਰਿਵਾਰ, ਮੇਰੀਆਂ ਭੈਣਾਂ, ਬਾਕੀ ਰਿਸ਼ਤੇਦਾਰੀ ਸਾਰੀ ਜੰਮੂ ਹੀ ਹੈ। ਆਉਣਾ ਜਾਣਾ ਜੰਮੂ ਅਸਾਮ ਲੱਗਾ ਹੀ ਰਹਿੰਦਾ ਹੈ, ਮਗਰ ਉੱਥੇ ਵੀ ਟਰਾਂਸਪੋਰਟਰਾਂ ਨਾਲ ਹੀ ਜੁੜੇ ਹੋਏ ਹਾਂ। ਪਲੱਸ ਮਹਾਂਪੁਰਸ਼ਾਂ ਦਾ, ਸ਼੍ਰੋਮਣੀ ਡੇਰਾ ਨੰਗਾਲੀ ਸਾਹਿਬ ਦਾ, ਮਹੰਤ ਮਨਜੀਤ ਸਿੰਘ ਜੀ ਦਾ ਬੜਾ ਵੱਡਾ ਆਸ਼ੀਰਵਾਦ ਹੈ ਕਿ ਉਹ ਵੀ ਹਰ ਸਾਲ ਪਿਛਲੇ 10-11 ਸਾਲਾਂ ਤੋਂ ਹਰ ਸਾਲ ਅਸੀਂ ਸਮੂਹ ਟਰਾਂਸਪੋਰਟਰ ਵੀਰ ਜੀ ਇਨਕਲੂਡਿੰਗ ਮੀ, ਅਸੀਂ ਸਮੂਹ ਜੰਮੂ ਦੇ ਜਿਹੜੇ ਟਰਾਂਸਪੋਰਟਰ ਵੀਰ ਹੁੰਦੇ ਨੇ, ਕਿਉਂਕਿ ਫਰਵਰੀ ਮਾਰਚ ਤੋਂ ਸਾਡੇ ਅਸਾਮ ਵਿੱਚ ਸੀਜ਼ਨ ਸ਼ੁਰੂ ਹੁੰਦਾ ਹੈ। ਮਾਰਚ ਤੋਂ ਲੈ ਕੇ ਮਈ ਜੂਨ ਤੱਕ ਜੰਮੂ ਦੀ ਅਪਰੋਕਸੀਮੇਟਲੀ 1200 ਤੋਂ 1500 ਗੱਡੀ ਜੰਮੂ ਤੋਂ ਅਸਾਮ ਕੰਮ ਲਈ ਜਾਂਦੀ ਹੈ ਜੀ। ਜਦੋਂ ਅਸਾਮ ਕੰਮ ਲਈ ਜਾਂਦੀ ਹੈ ਤੇ ਸਾਡਾ ਰਾਬਤਾ ਜਿਹੜਾ ਆਪਸ ਵਿੱਚ, ਕਿਉਂਕਿ ਮੈਂ ਇੱਕ ਕੈਰਿੰਗ ਕੰਟਰੈਕਟਰ ਹਾਂ, ਮੇਰੇ ਠੇਕੇ ਨੇ ਤੇ ਤਕਰੀਬਨ ਸਾਡੇ ਨਾਲ ਸਾਰੇ ਰਾਬਤਾ ਰੱਖਦੇ ਹਨ, ਤੇ ਅਸੀਂ ਵੀ ਹਰ ਸਾਲ ਮਹਾਂਪੁਰਸ਼ਾਂ ਨੂੰ ਮਾਰਚ ਲਾਸਟ ਤੋਂ ਲੈ ਕੇ 25-26 ਮਾਰਚ ਤੋਂ ਲੈ ਕੇ ਤੇ 5-6 ਅਪ੍ਰੈਲ ਤੱਕ 7-8-9 ਦਿਨਾਂ ਦਾ ਮਹਾਂਪੁਰਸ਼ਾਂ ਦਾ ਦੌਰਾ ਸਾਡੇ ਅਸਾਮ ਵਿੱਚ ਹੀ ਹੁੰਦਾ ਹੈ। ਉਹ ਮਤਲਬ ਇਹ ਨਹੀਂ ਕਹਿ ਸਕਦੇ ਕਿ ਮੈਂ ਅਸਾਮ ਨਾਲ ਟੁੱਟੇ, ਜੰਮੂ ਨਾਲ ਟੁੱਟੇ ਹੋਇਆ, ਅਸਾਮ ਨਾਲ ਜੁੜ ਗਿਆ, ਐਸਾ ਨਹੀਂ ਹੈ। ਰੂਟਸ ਨਾਲ ਹੀ ਜੁੜੇ ਹੋਏ ਹਾਂ। ਉੱਥੇ ਵੀ ਮੈਂ ਜੰਮੂ ਟਰਾਂਸਪੋਰਟਰਾਂ ਨਾਲ ਹੀ ਜੁੜੇ ਹੋਏ ਹਾਂ। ਬਾਕੀ ਸ਼੍ਰੋਮਣੀ ਡੇਰਾ ਨੰਗਾਲੀ ਸਾਹਿਬ ਦਾ ਮੇਰੇ 'ਤੇ ਆਸ਼ੀਰਵਾਦ ਹੈ। ਉਹ ਵੀ ਹਮੇਸ਼ਾ ਮਤਲਬ ਸਾਲ ਵੀ 7-8 ਦਿਨ ਜਿਹੜਾ ਆਪਣਾ ਕੀਮਤੀ ਟਾਈਮ ਸਾਡੇ ਕੋਲ ਕੱਢ ਕੇ ਜਾਂਦੇ ਹਨ। ਉਹ ਵੀ ਇਸੇ ਕਰਕੇ ਜਾਂਦੇ ਹਨ ਕਿ ਜੰਮੂ ਦਾ ਜਿਹੜੀ ਸਾਡਾ ਬਲਾਦਰੀ ਭਾਈਚਾਰਾ ਹੈ ਉੱਥੇ ਜਾ ਕੇ ਕੰਮ ਕਰ ਰਿਹਾ, ਉਹ ਸਮਝੋ ਸਾਡੀ ਨਿਗਰਾਨੀ ਦੇ ਲਈ ਆਉਂਦੇ ਹਨ ਕਿ ਕਿਤੇ ਕੋਈ ਬੰਦਾ ਗਲਤ ਤਾਂ ਨਹੀਂ ਚੱਲ ਰਿਹਾ। ਉਹ ਸਾਨੂੰ ਉਹਨਾਂ ਦਾ ਇੱਕ ਬੜਾ ਵੱਡਾ ਸਹਾਰਾ ਹੈ। ਮੈਂ ਉਹਨਾਂ ਦਾ ਬੜਾ ਧੰਨਵਾਦ ਕਰਦਾ ਜੀ। ਤੁਹਾਡਾ ਕਹਿਣ ਦਾ ਇਹੀ ਮਤਲਬ ਹੈ ਕਿ ਤੁਸੀਂ ਅਸਾਮ ਦੇ ਵਿੱਚ ਜਾ ਕੇ ਰੀਪ੍ਰੈਜ਼ੈਂਟ ਕਰ ਰਹੇ ਹੋ ਆਪਣੇ J&K ਜੀ। ਬਿਲਕੁਲ। ਤੇ ਦੂਸਰਾ ਵੀਰ ਜੀ, ਹੁਣ ਆਉਂਦੇ ਆ ਤੁਹਾਡੇ ਇਸੇ ਪਾਸੇ ਵੱਲ ਨੂੰ, ਤੁਹਾਡੀ ਚੇਅਰਮੈਨੀ ਵੱਲ ਨੂੰ, ਕਿਉਂਕਿ ਤੁਹਾਨੂੰ ਮਿਲੀ ਹੈ ਜੀ। ਕਾਫੀ ਸਾਰੇ 2-4 ਬਾਈਟਸ ਹੀ ਕਹਿ ਸਕਦੇ ਇੰਟਰਵਿਊ ਵੀ ਮੈਂ ਦੇਖਿਆ। ਕੁਝ ਵਰਗ ਜਿਹੜੇ ਤੁਹਾਡੇ ਨਾਲ ਸਹਿਮਤ ਨਹੀਂ ਸਨ ਜਦੋਂ ਕਿ ਤੁਹਾਨੂੰ ਚੁਣਿਆ ਗਿਆ ਜੀ, ਉਹਨਾਂ ਦਾ ਬਹੁਮਤ ਨਹੀਂ ਕਹਿ ਸਕਦੇ ਤੁਹਾਨੂੰ ਮਿਲੀ ਹੋਵੇ ਜੀ। ਕੀ ਦੇਖਦੇ ਹੋ ਕਿ ਸ਼ੁਰੂਆਤ ਦੇ ਵਿੱਚ ਉਹ ਤੁਹਾਡੇ ਨਾਲ ਕਿਉਂ ਨਹੀਂ ਸੀਗੇ? ਐਕਚੁਅਲੀ ਭੈਣ ਜੀ, ਮੈਂ ਆਪ ਜੀ ਨੂੰ ਪਹਿਲੇ ਦੱਸਿਆ ਹੈ ਕਿ ਸਮੂਹ ਟਰਾਂਸਪੋਰਟਰ ਵੀਰਾਂ ਨੇ ਮਿਲ ਕੇ ਉਸ ਦੇ ਵਿੱਚੋਂ 1-2 ਟੈਕਸੀ ਯੂਨੀਅਨਾਂ ਐਸੀਆਂ ਸਨ, ਮੈਂ ਇਹ ਨਹੀਂ ਕਹਾਂਗਾ ਕੌਨਫੀਡੈਂਸ 'ਚ ਨਹੀਂ ਲਿਆ ਗਿਆ, ਇਹ ਕਹਾਂਗਾ ਕਿ ਬਾਈ ਮਿਸਟੇਕ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਦਿੱਤਾ ਗਿਆ ਜੀ। 11 ਤਰੀਕ ਨੂੰ ਮੈਨੂੰ ਇਹਨਾਂ ਸਿਲੈਕਟ ਕੀਤਾ, 12 ਜਾਂ 13 ਨੂੰ ਇੱਕ ਸਾਡੇ ਵੀਰ ਜੀ ਹਨ, ਇੰਦਰਜੀਤ ਸ਼ਰਮਾ ਵੀਰ ਜੀ, ਸਾਡੇ ਆਪਣੇ ਭਰਾ ਹਨ, ਮੇਰੇ ਗੁਆਂਢੀ ਹੀ ਹਨ। ਉਹਨਾਂ ਨੂੰ ਕਿਤੇ ਨਾ ਕਿਤੇ ਦੁੱਖ ਲੱਗਿਆ ਹੋਣਾ ਕਿ ਅਜੀਤ ਸਿੰਘ ਮੇਰਾ ਇੰਨਾ ਕਰੀਬੀ ਹੈ ਤੇ ਅਜੀਤ ਸਿੰਘ ਨੇ ਮੈਨੂੰ ਦੱਸਿਆ ਹੀ ਨਹੀਂ। ਐਕਚੁਅਲੀ ਮੈਨੂੰ ਪਤਾ ਵੀ ਨਹੀਂ ਸੀ ਕਿ ਇੰਦਰਜੀਤ ਵੀਰ ਜੀ ਉਸ ਜਗ੍ਹਾ 'ਤੇ ਬੈਠੇ ਹਨ। ਇੰਦਰਜੀਤ ਵੀਰ ਜੀ ਵੀ 5-6-7 ਯੂਨੀਅਨਾਂ ਦੇ ਚੇਅਰਮੈਨ ਹਨ, ਬਹੁਤ ਅੱਛੀ ਪੋਸਟ 'ਤੇ ਬੈਠੇ ਹਨ ਔਰ ਬੜਾ ਦਰਦ ਰੱਖਣ ਵਾਲੇ ਬੰਦੇ ਹਨ, ਆਪਣੇ ਟਰਾਂਸਪੋਰਟਰਾਂ ਦਾ ਬੜਾ ਦਰਦ ਰੱਖਣ ਵਾਲੇ ਬੰਦੇ ਹਨ। ਉਹਨਾਂ ਜਿਸ ਦਿਨ ਬਾਈਟ ਦਿੱਤੀ, ਸੈਕੰਡ ਡੇ ਹੀ ਮੇਰੀ ਉਹਨਾਂ ਨਾਲ ਮੀਟਿੰਗ ਹੋਈ ਤੇ ਉਸ ਦਿਨ ਹੀ ਸਾਡੇ ਜਿਹੜੇ ਆਪਸੀ ਕੋਈ ਛੋਟੇ ਮੋਟੇ ਕੁਛ ਐਸੀ ਗਿਲੇ ਸ਼ਿਕਵੇ ਕਹਿ ਸਕਦੇ ਹੋ, ਉਹ ਖਤਮ ਹੋਏ। ਇੰਦਰਜੀਤ ਵੀਰ ਜੀ ਨੇ ਉਸ ਦਿਨ ਹੀ ਇਹ ਗੱਲ ਕਹੀ, ਨਹੀਂ ਵੀਰ ਜੀ ਅਸੀਂ ਤੁਹਾਨੂੰ ਬੁਲਾਵਾਂਗੇ, ਤੁਸੀਂ ਸਾਨੂੰ ਬਿਲਕੁਲ ਪ੍ਰਵਾਨ ਹੋ। ਅਸੀਂ ਚਾਹੁੰਦੇ ਸਾਂ ਕਿ ਨੌਜਵਾਨ ਕੋਈ ਆਣ ਇਹੋ ਜਿਹੇ, ਕਿਉਂਕਿ
ਵਜ਼ੀਰ ਸਾਹਿਬ ਦੇ ਜਾਣ ਤੋਂ ਬਾਅਦ ਦੇਖੋ ਵਜ਼ੀਰ ਸਾਹਿਬ ਦਾ ਘਾਟਾ ਦੇ ਅਸੀਂ ਪੂਰਾ ਨਹੀਂ ਕਰ ਜੀ, ਸਕਦੇ, ਬਿਲਕੁਲ। ਉਹ ਬੜੇ ਗੁੜੇ ਹੋਏ, ਬੜੇ ਸੁਲਝੇ ਹੋਏ ਇਨਸਾਨ ਸਨ, ਮਗਰ ਚਲੋ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਅਸੀਂ ਟਰਾਂਸਪੋਰਟਰਾਂ ਨੂੰ ਜੋੜ ਕੇ ਰੱਖੀਏ। ਫਿਰ ਇੰਦਰਜੀਤ ਜੀ ਨਾਲ ਗੱਲ ਹੋਈ ਤੇ ਉਸ ਤੋਂ ਬਾਅਦ ਮੇਰਾ ਪ੍ਰੋਗਰਾਮ ਹੋ ਗਿਆ ਕਸ਼ਮੀਰ ਜਾਣ ਦਾ। ਉਹ ਫਿਰ 3-4 ਦਿਨ ਦਾ ਗੈਪ ਪੈ ਗਿਆ ਵਿੱਚ। ਦੇ ਕੱਲ ਇੰਦਰਜੀਤ ਵੀਰ ਜੀ ਨੇ ਸਾਨੂੰ ਡਾਕ ਬੰਗਲੇ ਬੁਲਾਇਆ ਸੀ। ਉਹਨਾਂ ਨੇ ਬਹੁਤ ਵਧੀਆ, ਬਹੁਤ ਅੱਛੇ ਢੰਗ ਨਾਲ ਸਾਡਾ ਵੈਲਕਮ ਕੀਤਾ। ਉਹਨਾਂ ਨੇ ਉਦਮਪੁਰ, ਕਟਰਾ, ਜੰਮੂ 에ਅਰਪੋਰਟ, ਰੇਲਵੇ ਸਟੇਸ਼ਨ, ਜੀ। ਟੋਟਲ ਮੇਰੇ ਹਿਸਾਬ ਨਾਲ ਉਹਨਾਂ ਦੇ ਚੇਅਰਮੈਨ ਔਰ ਪ੍ਰੈਜ਼ੀਡੈਂਟ ਮਿਲਾ ਕੇ ਕੋਈ 16-17 ਚੇਅਰਮੈਨ ਔਰ ਪ੍ਰੈਜ਼ੀਡੈਂਟ, ਮੈਂ ਕਹਿ ਸਕਦਾ ਕਿ ਜੰਮੂ ਦੇ ਜਿਹੜੇ ਵੀ ਸਾਡੇ ਕੋਲੋਂ ਬਾਈ ਮਿਸਟੇਕ ਟਰਾਂਸਪੋਰਟਰ ਵੀਰਾਂ ਕੋਲੋਂ ਇਨਵਾਈਟ ਕਰਨ ਨੂੰ ਰਹਿ ਗਏ ਸਨ, ਉਹ ਸਾਰੇ ਬੰਦਿਆਂ ਨੇ ਬੜਾ ਵਾਰਮ ਵੈਲਕਮ ਕੀਤਾ ਮੇਰਾ। ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਕੱਲ ਫਿਰ ਇੱਕ ਨਵਾਂ ਜੋਸ਼ ਭਰਿਆ। ਔਰ ਮੈਂ ਇਹ ਕਹਿ ਸਕਦਾ ਕਿ ਇਸ ਵਕਤ ਸੰਪੂਰਨ ਬਹੁਮਤ ਜਿਹੜਾ ਉਹਨਾਂ ਨੇ ਦਿੱਤਾ ਹੈ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਇਸ ਤੋਂ ਬਾਅਦ ਮੈਂ ਕਸ਼ਮੀਰ ਦਾ ਨਾਂ ਲਿਆ, ਮੈਂ 2 ਦਿਨ ਕਸ਼ਮੀਰ ਗਿਆ ਸਾਂ, ਕਿਉਂਕਿ ਇਹ ਆਲ ਜੰਮੂ ਐਂਡ ਕਸ਼ਮੀਰ, ਜੰਮੂ ਔਰ ਕਸ਼ਮੀਰ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਹੈ। ਕਿਉਂਕਿ 11 ਤਰੀਕ ਨੂੰ ਈਦ ਸੀ, ਉਹਨਾਂ ਦਿਨਾਂ ਈਦ ਦਾ ਦਿਨ ਸੀ, ਇਸ ਕਰਕੇ ਕਸ਼ਮੀਰ ਵਾਲੇ ਸਾਡੇ ਜਿਹੜੇ ਮੇਨ ਟਰਾਂਸਪੋਰਟਰ ਹਨ ਜੰਮੂ ਨਹੀਂ ਪਹੁੰਚ ਪਾਏ ਸਨ। ਤੇ ਮੈਂ ਆਪਣੀ ਜ਼ਿੰਮੇਵਾਰੀ ਸਮਝੀ ਕਿ ਮੈਂ ਉਹਨਾਂ ਕੋਲ ਜਾ, ਕਿਉਂਕਿ ਉਹਨਾਂ ਨੇ ਹੀ ਇਨਵਾਈਟ ਕੀਤਾ ਸੀ ਮੈਨੂੰ। ਮੈਂ ਇੱਥੋਂ ਕਸ਼ਮੀਰ ਗਿਆ, ਉੱਥੇ ਜਾ ਕੇ ਉਹਨਾਂ ਨੂੰ ਮਿਲਿਆ, ਬੜੀ ਖੁਸ਼ੀ ਹੋਈ। ਉੱਥੇ ਯੂਸੁਫ ਸਾਹਿਬ ਸਨ, ਭੱਟ ਸਾਹਿਬ ਜਿਹੜੇ ਮੇਨ, ਉਹਨਾਂ ਸਮੂਹ ਜਿੰਨੇ ਟਰਾਂਸਪੋਰਟਰ ਸਨ ਉਹਨਾਂ ਨੇ ਬਾਈਟ ਵੀ ਦਿੱਤੀ ਦੀ ਹੈ। ਉਹਨਾਂ ਸਾਰਿਆਂ ਨੇ ਬੜਾ ਵਾਰਮ ਵੈਲਕਮ ਕੀਤਾ, ਉਹਨਾਂ ਨੇ ਬੜਾ ਮਤਲਬ ਉਤਸ਼ਾਹ ਦੱਸਿਆ, ਮਤਲਬ ਬੜਾ ਅੱਛਾ ਲੱਗਿਆ। ਮੈਂ ਸਮੂਹ ਕਸ਼ਮੀਰ ਦੇ ਟਰਾਂਸਪੋਰਟਰਾਂ ਦਾ ਵੀ ਅਤੀ ਧੰਨਵਾਦੀ ਹਾਂ। ਉਪਰੰਤ ਉਸੇ ਦਿਨ ਅਸੀਂ ਨਰਸੋਂ ਜਾਂ ਪਰਸੋਂ ਜਿਸ ਦਿਨ ਕਸ਼ਮੀਰ ਸਾਂ, ਫਿਰ ਅਸੀਂ LG ਸਾਹਿਬ ਨੂੰ ਬੇਨਤੀ ਕੀਤੀ, PPSTO LG ਸਾਹਿਬ ਨੂੰ, ਕਿ ਸਾਨੂੰ LG ਸਾਹਿਬ ਨੂੰ ਮਿਲਣਾ ਹੈ, ਇੱਕ ਟਾਈਮ ਦਿਓ। LG ਸਾਹਿਬ ਨੇ ਵੀ ਸ਼ਾਮ ਨੂੰ ਸਾਨੂੰ 7 ਵਜੇ ਰਾਜ ਭਵਨ ਬੁਲਾ ਲਿਆ। ਸਾਡੇ LG ਸਾਹਿਬ ਨਾਲ ਵੀ ਮੇਨ ਟਰਾਂਸਪੋਰਟਰ ਜਿਹੜੇ ਕਸ਼ਮੀਰ ਸਨ ਉਹਨਾਂ ਨੂੰ ਲੈ ਕੇ ਜਾ ਕੇ ਮਿਲਾਪ ਹੋਇਆ। ਬਹੁਤ ਅੱਛੀ ਮੀਟਿੰਗ LG ਸਾਹਿਬ ਨਾਲ ਵੀ ਰਹੀ। ਪਲੱਸ ਪਹਿਲੀ ਮੀਟਿੰਗ ਸੀ, ਅਸੀਂ ਸਿਰਫ ਉਹਨਾਂ ਨੂੰ ਕਾਲਾਂ ਇੱਕ ਸਮਝ ਲਓ ਆਸ਼ੀਰਵਾਦ ਲੈਣ ਗਏ ਸਾਂ। ਪਹਿਲੇ ਹੀ ਸਾਡੀ ਗੱਲ ਹੋਈ ਸੀ ਕਿ ਅੱਜ ਅਸੀਂ ਕਿਸੇ ਮੈਮੋਰੈਂਡਮ ਦੇਣ ਵਾਸਤੇ ਨਹੀਂ ਜਾਵਾਂਗੇ, ਫਸਟ ਟਾਈਮ LG ਸਾਹਿਬ ਨੂੰ ਮਿਲ ਕੇ ਆਵਾਂਗੇ ਔਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੀ ਕੁਝ ਪ੍ਰੋਬਲਮਸ ਹਨ, ਸਾਨੂੰ ਟਾਈਮ ਦਿਓ। ਉਹ LG ਸਾਹਿਬ ਨੇ ਕਿਹਾ ਕਿ 27 ਜਾਂ 28 ਨੂੰ ਮੈਂ ਜੰਮੂ ਆਵਾਂਗਾ, ਚਾਹੇ ਤੁਸੀਂ ਮੈਨੂੰ ਕਸ਼ਮੀਰ ਮਿਲ ਲਓ, ਚਾਹੇ ਜੰਮੂ ਮਿਲ ਲਓ, ਤੁਹਾਡੀਆਂ ਜਿਹੜੀਆਂ ਵੀ ਜਾਇਜ਼ ਪ੍ਰੋਬਲਮਸ ਹਨ ਹਰ ਇੱਕ ਪ੍ਰੋਬਲਮਸ ਦਾ ਹੱਲ ਕੱਢਿਆ ਜਾਏਗਾ। ਮੈਂ LG ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਮਤਲਬ ਸਾਨੂੰ ਸਟਾਰਟਿੰਗ ਦੇ ਵਿੱਚ ਹੀ ਇੰਨਾ ਹੁੰਗਾਰਾ ਦਿੱਤਾ ਹੈ, ਸਾਨੂੰ ਬੜਾ ਇੱਕ ਮਤਲਬ ਬੂਸਟ ਕੀਤਾ ਹੈ। ਮੈਂ ਉਹਨਾਂ ਦਾ ਫਿਰ ਤੋਂ LG ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜੀ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਤੁਸੀਂ ਕਸ਼ਮੀਰ ਵਿਜ਼ਿਟ ਕੀਤਾ ਤੇ ਕਸ਼ਮੀਰ ਦੇ ਜਿਹੜੇ ਟਰਾਂਸਪੋਰਟਰਸ ਨੇ ਜਿਨ੍ਹਾਂ ਨਾਲ ਤੁਸੀਂ ਰਾਬਤਾ ਕੀਤਾ, ਗੱਲਬਾਤ ਹੋਈ ਹੈ, ਪਹਿਲੀ ਵਾਰੀ ਮਿਲੇ ਹੋਵੋਗੇ, ਕਹਿੰਦੇ ਨੇ ਨਾ ਕਿ ਅਕਸਰ ਕਿਹਾ ਜਾਂਦਾ ਕਿ ਫਰਸਟ ਇੰਪ੍ਰੈਸ਼ਨ ਇਜ਼ ਅ ਲਾਸਟ ਇੰਪ੍ਰੈਸ਼ਨ। ਕਿਵੇਂ ਦਾ ਲੱਗਿਆ ਤੁਹਾਨੂੰ ਕਿ ਕਿਆ ਤੁਸੀਂ ਉਹਨਾਂ ਨੂੰ ਇਹ ਯਕੀਨ ਦਿਵਾ ਪਾਏ ਕਿ ਤੁਸੀਂ ਉਹਨਾਂ ਦੀਆਂ ਪ੍ਰੋਬਲਮਸ ਨੂੰ ਹੱਲ ਕਰੋਗੇ, ਕਿ ਅੱਗੇ ਤੋਂ ਤੁਸੀਂ ਉਹਨਾਂ ਦੀ ਅਗਵਾਈ ਕਰ ਸਕਦੇ ਹੋ? ਜੀ ਦੇਖੋ, ਇਹ ਗੱਲ ਐਕਚੁਅਲੀ ਮੈਨੂੰ ਪੁੱਛਣ ਨਾਲੋਂ ਕਸ਼ਮੀਰ ਵਾਲਿਆਂ ਨੂੰ ਪੁੱਛਣਾ ਜ਼ਿਆਦਾ ਹੈ ਕਿ ਕਿਆ ਉਹ ਅਜੀਤ ਸਿੰਘ ਤੋਂ ਸੈਟੀਸਫਾਈਡ ਹਨ। ਜੀ ਦੇਖੋ, ਮੈਂ ਤੁਹਾਨੂੰ ਬਾਈਟ ਦਿਆਂਗਾ, ਫੇਸਬੁੱਕ ਤੇ ਵੀ ਬਾਈਟ ਹੈ ਉਹਨਾਂ ਦੀ। ਜੀ ਮਤਲਬ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਜਿੰਨਾ ਜੰਮੂ ਵਾਲਿਆਂ ਨੇ ਮੇਰਾ ਵਾਰਮ ਵੈਲਕਮ ਕੀਤਾ ਉਸ ਤੋਂ ਜ਼ਿਆਦਾ ਕਸ਼ਮੀਰ ਵਾਲਿਆਂ ਨੇ ਕੀਤਾ, ਮੈਂ ਇਹ ਨਹੀਂ ਕਹਾਂਗਾ, ਮਗਰ ਜੰਮੂ ਵਾਲਿਆਂ ਤੋਂ ਘੱਟ ਵੀ ਕਸ਼ਮੀਰ ਵਾਲਿਆਂ ਨੇ ਨਹੀਂ ਕੀਤਾ। ਮਤਲਬ ਮੈਨੂੰ ਦੇਖ ਕੇ ਬੜੀ ਤਸੱਲੀ ਹੋਈ। ਔਰ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਜੰਮੂ ਵਾਲੇ ਦੇ ਚਲੋ ਅਸੀਂ ਮਿਲਦੇ ਰਹੇ ਹਾਂ, ਕਸ਼ਮੀਰ ਵਾਲਿਆਂ ਨੂੰ ਮੈਂ ਪਹਿਲੀ ਵਾਰ ਮਿਲਿਆ। ਪਹਿਲੀ ਵਾਰ ਮਿਲ ਕੇ ਮਤਲਬ ਮੈਂ ਧਿਆਇਆ ਕਿ ਹੁਣ ਆਉਣ ਵਾਲਾ ਟਾਈਮ ਮੇਰਾ, ਜਿਹੜੀ ਮੇਰੀ ਜ਼ਿੰਦਗੀ ਹੈ, ਮੈਂ ਇਸ ਟਰਾਂਸਪੋਰਟ ਨੂੰ ਤਨ ਮਨ ਧਨ ਨਾਲ ਸਮਰਪਿਤ ਹਾਂ। ਜੋ ਉਮੀਦਾਂ ਰੱਖੀਆਂ ਨੇ ਟੁੱਟਣ ਨਹੀਂ, ਬਿਲਕੁਲ ਟੁੱਟਣ ਨਹੀਂ ਦਿਆਂਗੇ, ਬਿਲਕੁਲ ਟੁੱਟਣ ਨਹੀਂ ਦਿਆਂਗੇ। ਉਸ ਦੀ ਕਰਕੇ ਅਸੀਂ ਆਪਣਾ ਹਰ ਇੱਕ ਵਸੀਲਾ, ਹਰ ਇੱਕ ਚੈਨਲ, ਆਪਣਾ ਵਕਤ ਪੂਰਾ ਦਿਆਂਗੇ, ਕਿਉਂਕਿ ਭੈਣ ਜੀ ਸਭ ਤੋਂ ਵੱਡੀ ਕੀਮਤੀ ਚੀਜ਼ ਜਿਹੜੀ ਹੈ ਉਹ ਵਕਤ ਹੈ। ਜਿਸ ਟਾਈਮ ਤੁਸੀਂ ਕਿਸੇ ਕੰਮ ਨੂੰ ਆਪਣਾ ਵਕਤ ਦਿੰਦੇ ਹੋ ਨਾ ਔਰ ਨੀਅਤ ਸਾਫ਼ ਕਰਕੇ ਕੰਮ ਕਰਦੇ ਹੋ, ਤੇ ਉਹ ਹਮੇਸ਼ਾ ਕਾਮਯਾਬ ਹੁੰਦਾ ਹੈ, ਸਫਲ ਹੁੰਦਾ ਹੈ। ਔਰ ਅਸੀਂ ਨੀਅਤ ਸਾਫ਼ ਕਰਕੇ ਆਪਣਾ 100% ਵਕਤ ਦਿਆਂਗੇ ਔਰ 100% ਆਪਣੀ ਤਰਫੋਂ ਕੋਸ਼ਿਸ਼ ਕਰਾਂਗੇ ਕਿ ਟਰਾਂਸਪੋਰਟ ਰਿਲੇਟਿਡ ਜੋ ਵੀ ਪ੍ਰੋਬਲਮਸ ਹਨ ਉਹਨਾਂ ਦਾ ਹੱਲ ਕੱਢਿਆ ਜਾਏ। ਕਿਉਂਕਿ ਸਾਨੂੰ ਉਮੀਦ ਹੈ ਕਿ ਜਿੱਥੇ LG ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ, ਸਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਾਡਾ ਔਰ ਸਰਕਾਰ ਦਾ ਜਿਹੜਾ ਤਾਲਮੇਲ ਸੀ ਉਹ ਅਸੀਂ ਫਿਰ ਤੋਂ, ਜਿਸ ਤਰ੍ਹਾਂ ਵਜ਼ੀਰ ਸਾਹਿਬ ਨੇ ਬੜਾ ਵਧੀਆ ਤਾਲਮੇਲ ਬਿਠਾਇਆ ਸੀ, ਅਸੀਂ ਫਿਰ ਤੋਂ ਉਸ ਤਾਲਮੇਲ ਨੂੰ ਬਹਾਲ ਕਰਨ ਵਿੱਚ ਕਾਮਯਾਬ ਹੋਵਾਂਗੇ। ਜੀ ਬਿਲਕੁਲ ਵੀਰ ਜੀ, ਇੱਕ ਬੜਾ ਜ਼ਰੂਰੀ ਸਵਾਲ ਹੈ, ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਕੋਈ ਵੀ ਚਾਹੇ ਆਪਾਂ ਨਾ ਅਕਸਰ ਇਹ ਕਹਿੰਦੇ ਹਾਂ ਕਿ ਜਿਹੜਾ ਕਿਸਾਨ ਦਾ ਪੁੱਤ ਹੈ ਉਹ ਕਿਸਾਨ ਨਹੀਂ ਬਣਨਾ ਚਾਹੁੰਦਾ, ਬਾਹਰ ਵੱਲ ਨੂੰ ਜਾ ਰਹੇ ਨੇ। ਇਹੀ ਹਾਲ ਟਰਾਂਸਪੋਰਟ ਖਿੱਤੇ ਦੇ ਵਿੱਚ ਹੋਇਆ। ਕੋਈ ਵੀ ਡਰਾਈਵਰ ਦਾ ਪੁੱਤ ਡਰਾਈਵਰ ਨਹੀਂ ਬਣਨਾ ਚਾਹੁੰਦਾ, ਹੈ ਨਾ। ਮੈਂ ਇੱਕ ਉਦਾਹਰਨ ਸਾਡੇ ਘਰ ਦੇ ਵਿੱਚ, ਫੈਮਿਲੀ ਦੇ ਵਿੱਚ ਹੀ ਹੁੰਦੀ ਸੀਗੀ। ਮੈਂ ਤੁਹਾਨੂੰ ਦੱਸਦੀ ਹਾਂ, ਮੇਰਾ ਭਰਾ ਸੀਗਾ ਛੋਟਾ,
ਤਾਂ ਮੇਰੇ ਫਾਦਰ ਸਾਹਿਬ ਵੀ ਟਰਾਂਸਪੋਰਟ ਖਿੱਤੇ ਦੇ ਨਾਲ ਸੀਗੇ। ਇੰਨਾ ਉਸ ਚੀਜ਼ ਦਾ ਫੋਬੀਆ ਸੀ ਨਾ ਡਰਾਈਵਰੀ ਲਾਈਨ ਦਾ ਕਿ ਉਹਨਾਂ ਨੇ ਕਹਿਣਾ ਹੁੰਦਾ ਸੀ ਉਹਨੂੰ ਕਿ ਜੇ ਤੂੰ ਪੜ੍ਹਿਆ ਨਾ ਤੇ ਮੈਂ ਖੱਬੀ ਬਾਰੀ ਖੋਲ ਕੇ ਤੈਨੂੰ ਚੜਾ ਲੈਣਾ। ਮਤਲਬ ਉਸ ਚੀਜ਼ ਨੂੰ ਕਹਿ ਸਕਦੇ ਕਿ ਟਰਾਂਸਪੋਰਟ ਖਿੱਤੇ 'ਚ ਇੰਨਾ ਡਰ ਕਾਹਤੋਂ ਆ, ਇਹ ਕਿਉਂ, ਕਿਸ ਚੀਜ਼ ਨੂੰ ਲੈ ਕੇ ਆ ਇਹ? ਦੇਖੋ ਭੈਣ ਜੀ, ਇੱਕ ਟਾਈਮ ਸੀ ਸਾਡੇ ਵੀ ਵੱਡੇ ਡੈਡੀ ਟਰਾਂਸਪੋਰਟਰ ਹੀ ਰਹੇ ਨੇ। ਇੱਕ ਟਾਈਮ ਸੀ ਟਰਾਂਸਪੋਰਟ ਲਾਈਨ ਤੇ ਵੀ ਬੰਦੇ, ਜਿਹੜੇ ਬੰਦੇ ਕਹਿ ਸਕਦੇ ਆ ਕਿ ਛੋਟੀ ਮੋਟੀ ਨੌਕਰੀ ਕਰਨ ਨਾਲੋਂ ਚੰਗਾ ਟਰਾਂਸਪੋਰਟ ਲਾਈਨ ਨੂੰ ਸਮਝਦੇ ਸਨ। ਇੱਕ ਟਾਈਮ ਉਹ ਵੀ ਸੀਗਾ ਜੀ ਜੀ, ਕਿਉਂਕਿ ਉਦੋਂ ਟਰਾਂਸਪੋਰਟ ਲਾਈਨ ਵਿੱਚ ਆ ਕੇ ਰੋਜੀ ਰੋਟੀ ਦਾ ਵਸੀਲਾ ਬੜਾ ਵਧੀਆ ਹੋ ਜਾਂਦਾ ਸੀ। ਤੁਸੀਂ ਖੁਦ ਮੁਖਤਿਆਰ ਹੁੰਦੇ ਸੋ, ਆਪਣੇ ਤੁਸੀਂ ਡਿਸੀਜਨ ਆਪ ਲੈ ਸਕਦੇ ਸੋ। ਮਗਰ ਇੱਕ ਟਾਈਮ ਇਹ ਵੀ ਆਇਆ ਕਿਤੇ ਨਾ ਕਿਤੇ, ਮੈਂ ਇਹ ਗੱਲ ਕਹਾਂਗਾ ਕਿ ਟਰਾਂਸਪੋਰਟ ਖਿੱਤੇ ਦਾ ਔਰ ਸਰਕਾਰ ਦਾ ਕਿਤੇ ਨਾ ਕਿਤੇ ਤਾਲਮੇਲ ਵਿੱਚ ਕਿਤੇ ਨਾ ਕਿਤੇ ਕਮੀ ਆਈ ਹੈ। ਉਹ ਮੈਂ ਖਾਲੀ ਇੱਕ ਸਟੇਟ ਵਾਈਜ਼ ਨਹੀਂ ਕਹਾਂਗਾ, ਮੈਂ ਸੈਂਟਰਲ ਲੈਵਲ ਤੇ ਵੀ ਕਹਾਂਗਾ। ਖਾਲੀ ਉਸ ਤੋਂ ਸਟੇਟ ਨਹੀਂ ਕਹਾਂਗੇ, ਖਾਲੀ J&K ਲੈਵਲ ਤੇ ਨਹੀਂ ਕਹਾਂਗੇ। ਮੈਂ ਇਹ ਵੀ ਕਹਾਂਗਾ ਕਿ ਜਿਹੜਾ ਆਲ ਇੰਡੀਆ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਹੈ, ਸ਼ਾਇਦ ਉਹਨਾਂ ਦੇ ਵਿੱਚ ਵੀ ਔਰ ਸਰਕਾਰ ਦੇ ਵਿੱਚ ਵੀ ਜਿਹੜਾ ਇੱਕ ਕਮਿਊਨੀਕੇਸ਼ਨ ਗੈਪ ਹੋਣਾ ਚਾਹੀਦਾ, ਕਿਤੇ ਨਾ ਕਿਤੇ ਉਹ ਗੈਪ ਥੋੜ੍ਹਾ ਜ਼ਿਆਦਾ ਵੱਧ ਗਿਆ ਹੈ। ਆਪਸੀ ਤਾਲਮੇਲ ਥੋੜ੍ਹਾ ਵਧੀਆ ਢੰਗ ਨਾਲ ਸ਼ਾਇਦ ਨਹੀਂ ਹੋ ਰਿਹਾ ਕਿ ਅਸੀਂ ਆਪਣੀ ਪ੍ਰੋਬਲਮ ਸਰਕਾਰ ਤੱਕ ਢੰਗ ਨਾਲ ਪਹੁੰਚਾ ਨਹੀਂ ਪਾ ਰਹੇ ਔਰ ਸਰਕਾਰ ਸਾਡੀ ਪ੍ਰੋਬਲਮਸ ਨੂੰ ਸ਼ਾਇਦ ਸਮਝ ਨਹੀਂ ਪਾ ਰਹੀ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਕਿ ਅੱਜ ਸਾਡੇ ਜੰਮੂ ਦਾ ਯੂਥ ਗ੍ਰੈਜੂਏਟ ਹੋ ਕੇ ਵੀ ਆਈਲੈਟਸ ਕਰਦਾ ਹੈ ਤੇ ਇੰਡੀਆ ਤੋਂ ਬਾਹਰ ਜਾਂਦਾ ਹੈ। ਬਿਲਕੁਲ, ਬਾਹਰ ਜਾ ਕੇ ਵੀ ਦੇਖੋਗੇ ਤੇ 85 ਤੋਂ 90% ਸਾਡਾ ਯੂਥ ਜਿਹੜਾ ਹੈ ਉਹ ਟਰਾਂਸਪੋਰਟ ਰਿਲੇਟਡ ਹੀ ਜੁੜਿਆ ਹੋਇਆ ਹੈ, ਕਿਉਂਕਿ ਸਮਝਦੇ ਸਾਨੂੰ ਆਊਟਪੁੱਟ ਮਿਲਦੀ ਹੈ। ਹਾਂ, ਆਊਟਪੁੱਟ ਮਿਲਦੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਸਰਕਾਰ ਨਾਲ ਕੋਈ ਇਹੋ ਜਿਹਾ ਰਾਬਤਾ ਕਾਇਮ ਕਰੀਏ, ਕੋਈ ਇਹੋ ਜਿਹੀ ਪਾਲਿਸੀ ਬਣੇ। ਚਲੋ ਇਹ ਤਾਂ ਨਹੀਂ ਕਹਾਂਗਾ ਕਿ ਸਾਡਾ ਭਾਰਤ ਕੋਈ ਇੰਡੀਆ ਪਿੱਛੇ ਹੈ ਬਾਹਰਲੇ ਦੇਸ਼ਾਂ ਨਾਲੋਂ, ਇਹ ਗੱਲ ਤਾਂ ਵਰਡ ਨਹੀਂ ਕਹਾਂਗਾ, ਮਗਰ ਕੁਝ ਅੱਛੀਆਂ ਚੀਜ਼ਾਂ ਅਗਰ ਕਿਤੇ ਹੋ ਰਹੀਆਂ ਤੇ ਉਹਨਾਂ ਨੂੰ ਅਡਾਪਟ ਵੀ ਕਰਨਾ ਚਾਹੀਦਾ। ਅਗਰ ਅੱਜ ਉੱਥੇ ਉਹਨਾਂ ਦੀ ਪਾਲਿਸੀ ਅੱਛੀ ਹੈ ਤੇ ਸਾਨੂੰ ਉਹ ਅਡਾਪਟ ਕਰਨੀ ਚਾਹੀਦੀ ਹੈ ਕਿ ਸਾਡਾ ਯੂਥ ਅਗਰ ਬਾਹਰ ਜਾ ਕੇ ਟਰਾਂਸਪੋਰਟ ਰਿਲੇਟਿਡ ਜੁੜ ਰਿਹਾ ਹੈ, ਰੋਜੀ ਰੋਟੀ ਦਾ ਵਸੀਲਾ ਵਧੀਆ ਕਰ ਰਿਹਾ ਹੈ, ਤੇ ਸਾਨੂੰ ਇੱਥੇ ਵੀ ਇਹੋ ਜਿਹੀਆਂ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ। ਕਿਉਂਕਿ ਟਰਾਂਸਪੋਰਟ ਦੇਖੋ ਦੇਸ਼ ਦੀ ਇੱਕ ਰੀੜ੍ਹ ਦੀ ਹੱਡੀ ਹੈ। ਟਰਾਂਸਪੋਰਟ ਜਗਤ ਅਗਰ ਮਜ਼ਬੂਤ ਨਹੀਂ ਰਹੇਗਾ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਦੇਸ਼ ਦੀ ਡਿਵੈਲਪਮੈਂਟ ਵਾਸਤੇ ਇੱਕ ਬੜੀ ਵੱਡੀ ਰੁਕਾਵਟ ਹੈ। ਕਿਉਂਕਿ ਟਰਾਂਸਪੋਰਟ ਜਗਤ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੈ ਦੇਸ਼ ਦੀ ਡਿਵੈਲਪਮੈਂਟ ਦੇ ਲਈ, ਤੇ ਅਸੀਂ ਦੇ ਦੇਸ਼ ਦੀ ਡਿਵੈਲਪਮੈਂਟ ਲਈ ਯੋਗਦਾਨ ਪਾਉਣ ਲਈ ਸੰਪੂਰਨ ਤੌਰ ਤੇ ਤਿਆਰ ਬੈਠੇ ਹਾਂ। ਮਗਰ ਉਹਦੇ ਲਈ ਸਾਨੂੰ ਟਰਾਂਸਪੋਰਟ ਜਗਤ ਵੀ ਮਜ਼ਬੂਤ ਕਰਨਾ ਪਏਗਾ। ਤੇ ਉਹ ਅਸੀਂ ਹੁਣ ਜਿਹੜਾ ਕਿਹਾ ਕਿ ਸਰਕਾਰ ਦੇ ਵਿੱਚ ਔਰ ਸਾਡੇ ਵਿੱਚ ਜਿਹੜੀ ਕਿਤੇ ਨਾ ਕਿਤੇ ਤਾਲਮੇਲ ਦੀ ਕਮੀ ਹੈ, ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਤਾਲਮੇਲ ਨੂੰ ਵਧੀਆ ਢੰਗ ਨਾਲ ਬਹਾਲ ਕੀਤਾ ਜਾਏ, ਜਿਹੜਾ ਕਮਿਊਨੀਕੇਸ਼ਨ ਗੈਪ ਹੈ ਉਸ ਨੂੰ ਖਤਮ ਕੀਤਾ ਜਾਏ, ਤੇ ਅਸੀਂ ਕੋਈ ਅੱਛਾ ਬਲੂ ਪ੍ਰਿੰਟ ਤਿਆਰ ਕਰਾਂਗੇ ਇਸ ਤੇ ਸਰਕਾਰ ਨਾਲ ਮਿਲ ਕੇ। ਕੋਈ ਬਿਲਕੁਲ, ਬਹੁਤ ਵਧੀਆ ਵੀਰ ਜੀ। ਜਿਵੇਂ ਤੁਸੀਂ ਕਿਹਾ ਕਿ ਹੁਣ ਤੁਸੀਂ ਨਾ ਆਪਣੇ ਕੰਮ ਕਰਨ ਦੇ ਲਈ ਜੋ ਵੀ ਟਰਾਂਸਪੋਰਟ ਖੇਤਰ ਦੇ ਲਈ ਵਧੀਆ ਹੋਵੇਗਾ ਉਹ ਕਰਨ ਦੇ ਲਈ ਤਿਆਰ ਹੋ। ਕਿਆ ਜਦੋਂ, ਕਿਉਂਕਿ ਜ਼ਿੰਦਗੀ ਦੇ ਵਿੱਚ ਕੋਈ ਕੰਮ ਕਰਦਾ ਨਾ, ਉਹਦੇ ਰਾਹ ਦੇ ਵਿੱਚ ਔਕੜਾਂ ਤਾਂ ਆਉਂਦੀਆਂ ਹੀ ਆਉਂਦੀਆਂ ਨੇ। ਜਿੰਨੀ ਦੇਰ ਔਕੜਾਂ ਨਹੀਂ ਆਉਂਦੀਆਂ ਤੁਸੀਂ ਨਾ ਸਿੱਖਦੇ ਹੋ। ਕ੍ਰਿਟੀਸਾਈਜ਼ ਹੋਣ ਦੇ ਲਈ ਤਿਆਰ ਹੋ, ਕਿਉਂਕਿ ਹੋਣਾ ਤਾਂ ਹੈ ਹੀ ਆ। ਤੁਹਾਡੇ ਕੰਮ ਚੰਗੇ ਮੰਦੇ ਤਾਂ ਹੁਣ ਜੱਜ ਹੋਣਗੇ। ਦੇਖੋ, ਆਪਣੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾ ਅੱਛੇ ਤੋਂ ਅੱਛਾ ਹੋ ਸਕੇ, ਹੈ ਨਾ। ਸਾਡੇ ਗੁਰੂ ਸਾਹਿਬਾਨ ਦੇ ਟਾਈਮ ਤੋਂ ਲੈ ਲਓ ਦੇ 100% ਬੰਦਾ ਤੇ ਸਾਡੇ ਗੁਰੂ ਨਾਨਕ ਦੇਵ ਜੀ ਸਾਹਿਬ ਵੀ ਸੰਤੁਸ਼ਟ, ਸੈਟੀਸਫਾਈਡ ਨਹੀਂ ਕਰ ਪਾਏ। ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕ੍ਰਿਟਿਸਿਜ਼ਮ ਦਾ ਸ਼ਿਕਾਰ ਹੋਣਾ ਪਿਆ, ਹੈ ਨਾ। ਸਾਨੂੰ ਉਸੇ ਤੋਂ ਸਿੱਖ ਲੈਣੀ ਚਾਹੀਦੀ ਹੈ। ਹਾਂ, ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਅਸੀਂ ਵੱਧ ਤੋਂ ਵੱਧ ਵਰਗ ਨੂੰ ਅਸੀਂ ਕੌਨਫੀਡੈਂਸ ਵਿੱਚ ਲੈ ਕੇ ਚੱਲੀਏ ਔਰ ਸਾਡੀ ਤਰਫੋਂ ਕੋਈ ਇਹੋ ਜਿਹੀ ਗੱਲ ਨਾ ਹੋਏ ਕਿ ਜਿੱਥੇ ਕ੍ਰਿਟਿਸਿਜ਼ਮ ਦਾ ਸ਼ਿਕਾਰ ਹੋਣਾ ਪਏ। ਮਗਰ ਕੋਸ਼ਿਸ਼ ਕਰ ਸਕਦੇ ਹਾਂ, ਕਿਉਂਕਿ ਤੁਸੀਂ ਕਿਸੇ ਦੀ ਸੋਚ ਨੂੰ ਬਦਲ ਨਹੀਂ ਸਕਦੇ। ਦੇਖੋ, ਜਿਸ ਟਾਈਮ ਤੁਸੀਂ ਇੱਕ ਗਰੁੱਪ ਨੂੰ, ਇੱਕ ਸੰਸਥਾ ਨੂੰ ਲੈ ਕੇ ਚੱਲਦੇ ਹੋ ਨਾ, ਜਾਂ ਤੁਸੀਂ ਕਿਤੇ ਇੱਕ ਗਰੁੱਪ ਨੂੰ ਲੈ ਕੇ ਚੱਲਦੇ ਹੋ, ਉਹਦੇ ਓਪੋਜ਼ਿਟ ਵੀ ਕਿਤੇ ਨਾ ਕਿਤੇ ਇੱਕ ਗਰੁੱਪ ਜ਼ਰੂਰ ਹੋਰ ਹੁੰਦਾ ਹੈ, ਜਿਹਨੂੰ ਇਹ ਲੱਗਦਾ ਹੈ ਕਿ ਤੁਸੀਂ ਇਹਨੂੰ ਲੈ ਕੇ ਚੱਲ ਰਹੇ ਹੋ, ਉਹਨੂੰ ਲੈ ਕੇ ਨਹੀਂ ਚੱਲ ਰਹੇ। ਮਗਰ ਤੁਸੀਂ ਪੂਰੀ ਕੋਸ਼ਿਸ਼ ਵੀ ਕਰੋਗੇ ਨਾ ਦੋਵਾਂ ਨੂੰ ਇਕੱਠੇ ਕਰਨ ਦੀ, ਤੇ ਕਿਤੇ ਨਾ ਕਿਤੇ ਛੋਟਾ ਮੋਟਾ ਉਹਨਾਂ ਦੇ ਆਪਸੀ ਕੁਝ ਮਤਭੇਦ ਐਸੇ ਜ਼ਰੂਰ ਹੋਣਗੇ ਜਿਹੜੇ ਕਿਤੇ ਨਾ ਕਿਤੇ ਤੁਹਾਨੂੰ ਇਹੋ ਜਿਹੇ ਕ੍ਰਿਟਿਸਿਜ਼ਮ ਦਾ ਸ਼ਿਕਾਰ ਕਰਵਾਉਣਗੇ। ਬਿਲਕੁਲ ਉਹੀ ਗੱਲ ਆ ਗਈ ਨਾ ਕਿ ਜੱਗ ਨਹੀਂ ਜਿੱਤਿਆ ਜਾਂਦਾ। ਜੱਗ ਨਹੀਂ ਜਿੱਤਿਆ ਜਾ ਸਕਦਾ। ਚਲੋ ਕੋਸ਼ਿਸ਼ ਜ਼ਰੂਰ ਕਰਾਂਗੇ। ਕਹਿੰਦੇ ਨੇ ਕੋਸ਼ਿਸ਼ ਕਾਮਯਾਬ ਹੁੰਦੀ ਹੈ। ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ। ਔਰ ਮੈਂ, ਤੁਸੀਂ ਕ੍ਰਿਟਿਸਿਜ਼ਮ ਦੀ ਗੱਲ ਕੀਤੀ, ਮੈਂ
ਇੰਨਾ ਜ਼ਰੂਰ ਕਹਾਂਗਾ ਕਿ ਮੇਰੇ ਵੀਰ ਮੇਰੇ ਭੈਣਾਂ ਬਜ਼ੁਰਗ ਜਿਹੜੇ ਵੀ ਕੋਈ ਸੈਟੀਸਫਾਈਡ ਨਹੀਂ ਨਾ ਹੁੰਦੇ, ਮੈਂ ਮੋਬਾਈਲ ਨੰਬਰ ਦਿੰਦਾ, ਮੈਂ ਇੱਥੇ ਵੀ ਮੋਬਾਈਲ ਨੰਬਰ ਬੋਲਦਾ ਜੀ। ਮੇਰੇ ਕੰਮ ਵਿੱਚ ਕਿਤੇ ਕਮੀ ਲੱਗੇਗੀ ਜਾਂ ਮੈਨੂੰ ਤੁਹਾਨੂੰ ਲੱਗੇਗਾ ਕਿ ਕਿਤੇ ਗਾਈਡੈਂਸ ਦੀ ਜ਼ਰੂਰਤ ਹੈ, ਬੰਦੇ ਨੂੰ ਗਾਈਡ ਕਰਨਾ ਚਾਹੀਦਾ, ਇਹ ਕੰਮ ਇੱਦਾਂ ਨਹੀਂ ਇੱਦਾਂ ਹੋਣਾ ਚਾਹੀਦਾ, ਕਿਉਂਕਿ ਫਿਲਹਾਲ ਮੈਨੂੰ ਆਫਿਸ ਸੈਟਅਪ ਵਾਸਤੇ ਹਾਲੇ ਥੋੜਾ ਜਿਹਾ ਵਕਤ ਲੱਗਣਾ ਹੈ, 15-20 ਦਿਨ 1 ਮਹੀਨਾ ਲੱਗ ਜਾਣਾ ਹੈ। ਉਸ ਤੋਂ ਬਾਅਦ ਚਲੋ ਮੈਂ ਸੁਜੈਸ਼ਨ ਬਾਕਸ ਵੀ ਰੱਖਾਂਗਾ, ਉਹ ਸਿਸਟਮ ਪੂਰਾ ਵਧੀਆ ਢੰਗ ਨਾਲ ਸੈੱਟ ਕਰਾਂਗੇ। ਮਗਰ ਫਿਲਹਾਲ ਮੈਂ ਹੁਣ ਇੰਨਾ ਜ਼ਰੂਰ ਕਹਿਣਾ ਚਾਹਾਂਗਾ ਕਿ ਮੈਂ ਮੋਬਾਈਲ ਨੰਬਰ ਦਿੰਦਾ, ਮੈਨੂੰ WhatsApp ਦੇ ਰਾਹੀਂ, Facebook ਦੇ ਰਾਹੀਂ, ਮੋਬਾਈਲ ਫੋਨ ਕਰਕੇ, मतलब कुछ भी है पहले मेरे नाल गल कर लो। जिथे मैं सैटिस्फाइड नहीं कर पाँगा, जिथे मेरे तो कोई कमी रहेगी तो वीरो फिर कमेंट लिखने वास्ते है जगह, तुसीं कमेंट लिखियो, मगर नाजायज़ जगह ते ना लिखियो। पहले तुसी मेरे नाल सवाल जवाब कर लियो, कोई एफो जी गल है मेरे को फ़ोन करके WhatsApp राਹੀਂ मैनूं पुछ सकते हो। तो मैं ये बेनती समूह संगत नूं, खाली अपने बलादरी भाईचारे नूं, समूह बलादरी भाईचारे नूं, जो ट्रांसपोर्ट खिते दे नाल जिन्हां नूं लगेगा किते ना किते अजीत सिंह दी ये पॉलिसी ठीक नहीं है, मैं चाहांगा तुसीं मैनूं गाइड करो और मैं तुहाडे अच्छे सुझाव बिल्कुल लाँगा और उन्हां सुझावां नूं इंप्लीमेंट भी करवांगा, मगर वो उस टाइप की गल जेन्युइन चीज़ होनी चाहिए। जी बिल्कुल जी। अखीरला मेरा सवाल यही रहेगा कि ज़्यादा वक्त हुण जम्मू कश्मीर दे विच ही गुजरेगा? देखो बेनती है, जिथे इन्नी वड्डी सेवा समूह बलादरी भाईचारे ने, समूह समाजां ने मिल के दिती है, दे वो मतलब एफो जी सेवा है कि शायद बड़े बिरले जीव होणगे जिन्होंने समूह बलादरी भाईचारा मिल के अपनी रोजी रोटी दे वसीले दे लई, देखो अज अगर उन्होंने चुनिया किते ना किते ट्रांसपोर्टर एनॉयड है, किते ना किते ट्रांसपोर्टर नूं ये होप है कि यार असी कोई बंदा लिआंदा है ते साडी प्रॉब्लम सॉल्व करवाउण दे विच सानूं नाल लैके चलेगा और प्रॉब्लम सॉल्व करवाउण दी कोशिश करेगा और उन्होंने किते ना किते भरोसा है कि शायद सॉल्व होणगियां, उम्मीद है। मैं ये जरूर गल कहांगा, पहली गल तुसीं मैनूं कही कि जम्मू कश्मीर विच हुण मैं इन्ना जरूर कहांगा कि मेरा समझ लो कि 90% जिहड़ा मेरा टाइम होएगा वो जम्मू कश्मीर दे लई भी होएगा, क्योंकि असाम भी मेरा कारोबार है, असाम भी कंटिन्यू मेरा चल रहा है और असाम रहेगा भी, क्योंकि उत्थे भी मैं ट्रांसपोर्ट रिलेटिड ही हाँ, उत्थे मैं जम्मू कश्मीर नूं रिप्रजेंट करदा उत्थे भी, क्योंकि जम्मू कश्मीर की पहले भैन जी आप जी नूं कहा कि 1000 तो 1200 गड्डी हर साल काम करन दे लई असाम जाती है, वो समझो वो मेरा ठिकाना नहीं है, वो जम्मू कश्मीर के ट्रांसपोर्टरां दा ही ठिकाना है, वो भी रहेगी, मगर मेरा पर्सनल जिहड़ा वक्त है वो ज़्यादा तो ज़्यादा मेरा जम्मू कश्मीर दे लिए लेगा, कि ताकि समूह वर्गा ने, समूह समाज ने जिहड़ी मिल के मैनूं सेवा दी है, ट्रांसपोर्टर ने जिहड़ा मेरे ते भरोसा दिवाया है, तो मैं उस भरोसे ते खरा उतर सका। बिल्कुल। तो अखीर दे विच सुनेहा तुहाडे ट्रांसपोर्ट खिते दे नाल जिहड़े संबंध रखते वीर ने उन्हां दे लई? मैं ट्रांसपोर्ट वीरां दा तां पहले ही बहुत धन्नवादी हाँ कि जिन्हां ने समूह ट्रांसपोर्टर वीरां ने मिल के मैनूं इस काबल समझिया है और मैनूं इस सेवा लई चुनिया है। मैं पहले भी 2-3 जगह गल बोल चुके हाँ कि अगर तुसी मैनूं इस काबल समझिया, इस सेवा लई चुनिया तो मैं भी तन मन धन दे नाल तुहानूं समर्पित हाँ, ट्रांसपोर्ट नूं समर्पित हाँ, मगर उस दे नाल मैं ये भी चाहांगा कि वक्त दे नाल जिथे तुहानूं लगदा है कि किते कोई प्रॉब्लम है, किते कोई मेरी तरफों किते कोई ढिल रह रही है, तुसी मैनूं गाइड करना है। मेरा मोबाइल नंबर मैं बोल दिंदा, मैनूं WhatsApp दे राहीं, फोन दे राहीं तुसी मेरे नाल राबता करना है, मैनूं मिल सकते हो। 2-3 दिनों मैं एक दे दांगा अपना ऑफिस का एड्रैस भी दे दांगा, जिहड़ा हालांकि फिलहाल टैंपरेरी ऑफिस होएगा, परमानेंट ऑफिस वेयर हाउस है। मैं एक ट्रांसपोर्ट नगर में एक टैंपरेरी ऑफिस का एड्रैस भी दे दांगा। मैं चाहांगा कि जिस दी भी किसी की कोई प्रॉब्लम, ट्रांसपोर्ट रिलेटिड प्रॉब्लम है, वो बंदा साढ़े तक पहुँच सके। साडी टीम भी तुहानूं मैं 2-3-4 दिनों के विच अपनी पूरी टीम का भी वेरवा दे देंगा, वो साढ़े तक पहुँच सके और साडी टीम नूं आके मिले। बस मैं इन्नी वीर जी बेनती करांगा कि आपां एक दूए दी लत्त खिच्चण विच नहीं जाना, हत्थ फड़ना है, एक दूए नूं हत्थ फड़ के उपर लिआउण दी कोशिश करनी है, क्योंकि जदों असीं लत्तां खिच्चण जाएंगे तो नुकसान साडा अपना ही होएगा। तो मैं इस तो ज़्यादा फिलहाल नहीं कहांगा, मैं काम करनी थोड़ा ज़्यादा यकीन रखदा। महीना 2 महीने 3 महीने थोड़ा तुसी काम वेखोगे, तुसी जेड़े बंदे किते कोई एफो जे कोई क्रिटिसिज्म दा सोच भी रहन, तो मैं गुरु महाराज की गाड़ी अरदास करांगा कि इन्ना बल बुद्धि बख्शन
ਕਿ ਕ੍ਰਿਟਿਸਿਜ਼ਮ ਜੋਗਾ ਕਿਸੇ ਨੂੰ ਕੋਈ ਵਕਤ ਹੀ ਨਾ ਮਿਲੇ ਇਹੋ ਜਿਹਾ ਕੰਮ ਕਰ ਸਕੀਏ। ਤੇ ਮੈਂ ਆਪ ਜੀ ਨੂੰ ਪਹਿਲੇ ਕਿਹਾ ਕਿ ਮੇਰਾ ਮੋਬਾਈਲ ਨੰਬਰ, ਮੈਂ ਮੋਬਾਈਲ ਨੰਬਰ ਦੇ ਆਂਦਾ 9906900995। ਇਹ ਮੇਰਾ ਨੰਬਰ ਹੈ, ਵਟਸਐਪ ਵੀ ਹੈ ਇਸ 'ਤੇ। ਕਿਤੇ ਵੀ ਕੋਈ ਇਹੋ ਜਿਹੀ ਗੱਲ ਤੁਹਾਨੂੰ ਲੱਗੇਗੀ ਤਾਂ ਤੁਸੀਂ ਮੈਨੂੰ ਵਟਸਐਪ ਵੀ ਕਰ ਸਕਦੇ ਹੋ, ਮੈਨੂੰ ਕਾਲ ਵੀ ਕਰ ਸਕਦੇ ਹੋ। ਟਰਾਂਸਪੋਰਟ ਰਿਲੇਟਿਡ ਕਿਤੇ ਵੀ ਕੋਈ ਵੀ ਰਾਏ ਤੁਸੀਂ ਦੇਣਾ ਚਾਹੁੰਦੇ ਹੋ ਜਾਂ ਕਿਤੇ ਵੀ ਕੋਈ ਵੀ ਪ੍ਰੋਬਲਮ ਹੈ ਉਹ ਸਾਡੇ ਤੱਕ ਪਹੁੰਚਾਓ। ਸਾਡੀ ਪੂਰੀ ਟੀਮ ਇਹ ਕੋਸ਼ਿਸ਼ ਕਰੇਗੀ ਕਿ ਉਸ ਪ੍ਰੋਬਲਮ ਨੂੰ ਹੱਲ ਕੀਤਾ ਜਾਏ। ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਗੱਲ ਕਰਨ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਸ ਸਨ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਰਦਾਰ ਅਜੀਤ ਸਿੰਘ ਜੀ, ਜਿਹੜੇ ਕਿ ਹੁਣ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਨਵਨਿਯੁਕਤ ਚੇਅਰਮੈਨ ਨੇ। ਹੁਣ ਉਹਨਾਂ ਨੇ ਯਕੀਨ ਦਿਵਾਇਆ ਕਿ ਉਸ ਖਿੱਤੇ ਦੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਨੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਹੱਲ ਕਰਨਗੇ। ਅੱਗੇ ਆਪਾਂ ਵਕਤ ਵੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਉਹ ਸੇਵਾ ਕਰਦੇ ਨੇ ਤੇ ਕਿੰਨੇ ਆਪਣੇ ਟਰਾਂਸਪੋਰਟ ਖਿੱਤੇ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਨੂੰ ਸੈਟੀਸਫਾਈ ਕਰਦੇ ਨੇ, ਤੇ ਵਕਤ ਦੱਸੇਗਾ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਵਿੱਚ ਪਹਿਲਾਂ ਸਾਡੇ ਵਿੱਚ ਸਰਦਾਰ ਤਰਲੋਚਨ ਸਿੰਘ ਵਜ਼ੀਰ ਸਾਹਿਬ, ਜੋ ਕਿ ਅੱਜ ਸਾਡੇ ਵਿੱਚ ਨਹੀਂ ਹਨ, ਉਹ ਚੇਅਰਮੈਨ ਸੀਗੇ। ਤੇ ਉਹਨਾਂ ਦੇ ਜਾਣ ਤੋਂ ਬਾਅਦ ਤਕਰੀਬਨ 10-11 ਮਹੀਨਿਆਂ ਦਾ ਇੱਕ ਗੈਪ ਸੀ। ਉਹ ਮੈਨੂੰ ਕਹਿਣਗੇ ਇੱਦਾਂ ਹੀ ਟਰਾਂਸਪੋਰਟ ਰਿਲੇਟਿਡ ਜਦੋਂ ਵੀ ਕੋਈ ਤਕਰੀਬਨ ਪਿਛਲੇ 6-7-8 ਮਹੀਨੇ ਦੀ ਕੋਈ ਟਰਾਂਸਪੋਰਟ ਦੀ ਕੋਈ ਪ੍ਰੋਬਲਮ ਆਉਂਦੀ ਸੀ, ਕੋਈ ਸਰਕਾਰ ਤੱਕ ਕੋਈ ਗੱਲ ਪਹੁੰਚਾਉਣੀ ਹੁੰਦੀ ਸੀ, ਕੋਈ ਮੰਗ ਐਸੀ ਹੁੰਦੀ ਸੀ ਜਿਹੜੀ ਸਰਕਾਰ ਤੱਕ ਉਹ ਟਰਾਂਸਪੋਰਟਰਾਂ ਦੇ ਕਮਿਊਨੀਕੇਸ਼ਨ ਗੈਪ ਦੀ ਕਰਕੇ ਨਹੀਂ ਪਹੁੰਚ ਪਾ ਰਹੀ ਸੀ। 11 ਤਰੀਕ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ। ਆਪ ਜੀ ਯਕੀਨ ਮੰਨੋਗੇ 6 ਜਾਂ 7 ਤਰੀਕ ਨੂੰ ਉਹ ਮੇਰੇ ਕੋਲ ਸਾਰੇ ਇਕੱਠੇ ਹੋ ਕੇ ਪਹੁੰਚੇ। ਕਾਫੀ ਸਾਰੇ 2-4 ਬਾਈਟਸ ਹੀ ਕਹਿ ਸਕਦੇ ਇੰਟਰਵਿਊ ਵੀ ਮੈਂ ਦੇਖਿਆ। ਕੁਝ ਵਰਗ ਜਿਹੜੇ ਤੁਹਾਡੇ ਨਾਲ ਸਹਿਮਤ ਨਹੀਂ ਸਨ ਜਦੋਂ ਕਿ ਤੁਹਾਨੂੰ ਚੁਣਿਆ ਗਿਆ, ਉਹਨਾਂ ਦਾ ਬਹੁਮਤ ਨਹੀਂ ਕਹਿ ਸਕਦੇ ਤੁਹਾਨੂੰ ਮਿਲੀ ਹੋਵੇ। ਕੀ ਦੇਖਦੇ ਹੋ ਕਿ ਸ਼ੁਰੂਆਤ ਦੇ ਵਿੱਚ ਉਹ ਤੁਹਾਡੇ ਨਾਲ ਕਿਉਂ ਨਹੀਂ ਸੀ? ਸਾਡੇ ਆਪਣੇ ਭਰਾ ਹਨ, ਮੇਰੇ ਗੁਆਂਢੀ ਹੀ ਹਨ, ਉਹਨਾਂ ਨੂੰ ਕਿਤੇ ਨਾ ਕਿਤੇ ਦੁੱਖ ਲੱਗਿਆ ਹੋਣਾ ਕਿ ਅਜੀਤ ਸਿੰਘ ਮੇਰਾ ਇੰਨਾ ਕਰੀਬੀ ਹੈ ਤੇ ਅਜੀਤ ਸਿੰਘ ਨੇ ਮੈਨੂੰ ਦੱਸਿਆ ਹੀ ਨਹੀਂ। ਐਕਚੁਅਲੀ ਮੈਨੂੰ ਪਤਾ ਵੀ ਨਹੀਂ ਸੀ ਕਿ ਇੰਦਰਜੀਤ ਵੀਰ ਜੀ ਉਸ ਜਗ੍ਹਾ ਤੇ ਬੈਠੇ ਹਨ। ਇੰਦਰਜੀਤ ਵੀਰ ਜੀ ਵੀ 5-6-7 ਯੂਨੀਅਨਾਂ ਦੇ ਚੇਅਰਮੈਨ ਹਨ। ਕੱਲ ਇੰਦਰਜੀਤ ਵੀਰ ਜੀ ਨੇ ਸਾਨੂੰ ਡਾਕ ਬੰਗਲੇ ਬੁਲਾਇਆ ਸੀ। ਉਹਨਾਂ ਨੇ ਬਹੁਤ ਵਧੀਆ, ਬਹੁਤ ਅੱਛੇ ਢੰਗ ਨਾਲ ਸਾਡਾ ਵੈਲਕਮ ਕੀਤਾ। ਜਿੰਨੀ ਦੇਰ ਔਕੜਾਂ ਨਹੀਂ ਆਉਂਦੀਆਂ ਤੁਸੀਂ ਨਾ ਸਿੱਖ ਦਿਓ, ਕ੍ਰਿਟੀਸਾਈਜ਼ ਹੋਣ ਦੇ ਲਈ ਤਿਆਰ ਹੋ, ਕਿਉਂਕਿ ਹੋਣਾ ਤਾਂ ਹੈ ਹੀ ਆ। ਤੁਹਾਡੇ ਕੰਮ ਚੰਗੇ ਮੰਦੇ ਤਾਂ ਹੁਣ ਜੱਜ ਹੋਣਗੇ। ਦੇਖੋ ਆਪਣੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾ ਅੱਛੇ ਤੋਂ ਅੱਛਾ ਹੋ ਸਕੇ। ਜੀ ਬਿਲਕੁਲ ਜੀ। ਅਖੀਰਲਾ ਮੇਰਾ ਸਵਾਲ ਇਹ ਹੀ ਰਹੇਗਾ ਕਿ ਜ਼ਿਆਦਾ ਵਕਤ ਹੁਣ ਜੰਮੂ ਕਸ਼ਮੀਰ ਦੇ ਵਿੱਚ ਹੀ ਗੁਜ਼ਰੇਗਾ? ਦੇਖੋ ਬੇਨਤੀ ਹੈ, ਜਿੱਥੇ ਇੰਨੀ ਵੱਡੀ ਸੇਵਾ ਸਮੂਹ ਬਲਾਦਰੀ ਭਾਈਚਾਰੇ ਨੇ, ਸਮੂਹ ਸਮਾਜਾਂ ਨੇ ਮਿਲ ਕੇ ਦਿੱਤੀ ਹੈ, ਦੇ ਉਹ ਮਤਲਬ ਇਹੋ ਜਿਹੀ ਸੇਵਾ ਹੈ ਕਿ ਸ਼ਾਇਦ ਬੜੇ ਬਿਰਲੇ ਜੀਵ ਹੋਣਗੇ ਜਿਨ੍ਹਾਂ ਨੂੰ ਸਮੂਹ ਬਲਾਦਰੀ ਭਾਈਚਾਰਾ ਮਿਲ ਕੇ ਆਪਣੀ ਰੋਜੀ ਰੋਟੀ ਦੇ ਵਸੀਲੇ ਦੇ ਲਈ, ਦੇਖੋ ਅੱਜ ਅਗਰ ਉਹਨਾਂ ਨੇ ਚੁਣਿਆ ਕਿਤੇ ਨਾ ਕਿਤੇ ਟਰਾਂਸਪੋਰਟਰ ਅਨੋਇਡ ਹੈ, ਕਿਉਂਕਿ ਅਸਾਮ ਵੀ ਮੇਰਾ ਕਾਰੋਬਾਰ ਹੈ, ਅਸਾਮ ਵੀ ਕੰਟੀਨਿਊ ਮੇਰਾ ਚੱਲ ਰਿਹਾ ਔਰ ਅਸਾਮ ਰਹੇਗਾ ਵੀ, ਕਿਉਂਕਿ ਉੱਥੇ ਵੀ ਮੈਂ ਟਰਾਂਸਪੋਰਟ ਰਿਲੇਟਿਡ ਹੀ ਹਾਂ। ਉੱਥੇ ਮੈਂ ਜੰਮੂ ਕਸ਼ਮੀਰ ਨੂੰ ਰਿਪਰੈਜ਼ੈਂਟ ਕਰਦਾ ਉੱਥੇ ਵੀ, ਕਿਉਂਕਿ ਜੰਮੂ ਕਸ਼ਮੀਰ ਦੀ ਪਹਿਲੇ ਮੈਂ ਜੀ ਆਪ ਜੀ ਨੂੰ ਕਿਹਾ ਕਿ 1000 ਤੋਂ 1200 ਗੱਡੀ ਹਰ ਸਾਲ ਕੰਮ ਕਰਨ ਦੇ ਲਈ ਅਸਾਮ ਜਾਂਦੀ ਹੈ। ਉਹ ਸਮਝੋ ਉਹ ਮੇਰਾ ਠਿਕਾਣਾ ਨਹੀਂ ਹੈ, ਉਹ ਜੰਮੂ ਕਸ਼ਮੀਰ ਦੇ ਟਰਾਂਸਪੋਰਟਰਾਂ ਦਾ ਹੀ ਠਿਕਾਣਾ ਹੈ। ਰਾਜ ਭਵਨ ਬੁਲਾ ਲਿਆ, ਸਾਡੇ LG ਸਾਹਿਬ ਨਾਲ ਵੀ ਮੇਨ ਟਰਾਂਸਪੋਰਟਰ ਜਿਹੜੇ ਕਸ਼ਮੀਰ ਸਨ ਉਹਨਾਂ ਨੂੰ ਲੈ ਕੇ ਜਾ ਕੇ ਮਿਲਾਪ ਹੋਇਆ। रंग